ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅਕਾਲ ਪੁਰਖ ਜੀ ਦੀ ਬਖਸ਼ਿਸ਼ ਨਾਲ ਅਸੀਂ ਗੁਰੂ ਦੀਆਂ ਕਥਾ ਕਹਾਣੀਆਂ ਨਿਤਾ ਪ੍ਰਤੀ ਕਰਨ ਦਾ ਯਤਨ ਕਰਦੇ ਹਾਂ। ਸਤਿਗੁਰੂ ਜੀ ਦੇ ਗੁਣਾਂ ਨੂੰ ਸ਼ਬਦਾਂ ਨਾਲ ਅਸੀਂ ਬਿਆਨ ਤਾਂ ਨਹੀਂ ਕਰ ਸਕਦੇ, ਪਰ ਉਹਨਾਂ ਗੁਣਾਂ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਕੇ ਜੀਵਨ ਉਸ ਅਨੁਸਾਰ ਹੀ ਬਣਾ ਕੇ ਅਸੀਂ ਗੁਰੂ ਦੇ ਘਰ ਵਿੱਚ ਪ੍ਰਖਰੂ ਜ਼ਰੂਰ ਹੋ ਸਕਦੇ ਹਾਂ। ਅਸੀਂ ਸੋਦਰ ਸਰਲੇਖ ਹੇੜਾਏ ਸ਼ਬਦਾਂ ਦੀ ਵਿਆਖਿਆ ਸਾਡੀ ਚੱਲ ਰਹੀ ਹੈ। ਪਹਿਲੇ 3 ਸ਼ਬਦਾਂ ਦੀ ਵਿਆਖਿਆ ਅਸੀਂ ਕਰ ਚੁੱਕੇ ਹਾਂ। ਅੱਜ ਚੌਥਾ ਸ਼ਬਦ ਹੈ ਜੋ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੂੰ ਗੁਰੂ ਪਾਸ। ਇਹ ਸ਼ਬਦ ਦੀ ਵਿਚਾਰ ਵੀਰ ਪ੍ਰਭ ਕੀਰਤਨ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਨ। ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਵਿਚਾਰ ਆਰੰਭ ਕਰਨ ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਵੀਰ ਜੀ ਨੇ ਆਪ ਜੀ ਨਾਲ ਜ਼ਿਕਰ ਕੀਤਾ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਜੋ ਜਪਜੀ ਸਾਹਿਬ ਤੋਂ ਬਾਅਦ ਸੋਦਰ ਦੇ ਸ਼ਬਦ ਆ ਰਹੇ ਹਨ, ਉਹਨਾਂ ਦੇ ਵਿਚਾਰ ਆਪਾਂ ਕਰ ਰਹੇ ਹਾਂ। ਅਸੀਂ ਪਹਿਲਾਂ 3 ਸ਼ਬਦਾਂ ਦੀ ਵਿਆਖਿਆ ਪਿਛਲੇ ਹਫ਼ਤੇ ਤੱਕ ਕੀਤੀ ਸੀ, ਤੋਂ ਅੱਜ ਚੌਥੇ ਸ਼ਬਦ ਦੀ ਵਿਆਖਿਆ ਕਰਨੀ ਹੈ ਜੋ ਆਪ ਜੀ ਦੇ ਸਾਹਮਣੇ ਡਿਸਪਲੇ ਤੇ ਹੈ। ਤੋਂ ਆਓ ਸਭ ਤੋਂ ਪਹਿਲਾਂ ਇਸ ਸ਼ਬਦ ਦਾ ਇੱਕ ਵਾਰੀ ਪਾਠ ਕਰ ਲਈਏ ਜੀ। ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰਉ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਾਹ ਰਾਸ। ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ। ਵਾਹਿਗੁਰੂ ਜੀ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਹੈ ਕਿ ਆਪਾਂ ਪਹਿਲੇ 3 ਸ਼ਬਦਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਉਹਨਾਂ 3 ਸ਼ਬਦਾਂ ਦੇ ਵਿੱਚ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਸੀ, ਪਹਿਲਾ ਜੋ ਸ਼ਬਦ ਸੋਦਰ ਦਾ ਸੀ, ਉਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਜੋ ਉਪਦੇਸ਼ ਦਿੱਤਾ ਸੀ ਕਿ ਅਕਾਲ ਪੁਰਖ ਸਭ ਤੋਂ ਵੱਡਾ ਹੈ, ਹੋਰ ਕੋਈ ਉਹਦੇ ਬਰਾਬਰ ਨਹੀਂ ਹੈ।
ਤੇ ਗੁਰੂ ਕੇ ਸਿੱਖ ਨੇ, ਗੁਰੂ ਨਾਨਕ ਦੀ ਸਿੱਖਿਆ ਦੇ ਉੱਤੇ ਚੱਲਣ ਵਾਲੇ ਨੇ ਅਕਾਲ ਪੁਰਖ ਦੇ ਨਾਲ ਹੀ ਜੁੜਨਾ ਹੈ, ਉਸੇ ਦੀ ਟੇਕ ਰੱਖਣੀ ਹੈ। ਦੂਜਾ ਸਤਿਗੁਰੂ ਜੀ ਨੇ ਸਾਨੂੰ ਉਹਦਾ ਹੀ ਸਮਝਾਇਆ ਸੀ ਕਿ ਸੇਈ ਤੁਧ ਨੋ ਭਾਵਨ, ਜੋ ਸੇਈ ਤੁਧ ਨੋ ਗਾਵਨ, ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਕਿ ਉਹੀ ਭਗਤ ਸਤਿਗੁਰੂ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਜੀ ਨੂੰ ਭਾਉਂਦੇ ਹਨ, ਜੋ ਪ੍ਰਭੂ ਜੀ ਦੇ ਪ੍ਰੇਮ ਦੇ ਵਿੱਚ ਰੰਗ ਕੇ, ਰਸੀਏ ਭਗਤ ਬਣ ਕੇ, ਰਸ ਲੈ ਕੇ ਭਗਤੀ ਦਾ ਆਨੰਦ ਲੈਂਦੇ ਹਨ। ਅਜਿਹੇ ਭਗਤਾਂ ਦਾ ਗਾਇਆ ਹੀ, ਉਹਦੀ ਸਿਫਤ ਸਲਾਹ ਕੀਤੀ ਹੀ, ਉਹੀ ਅਸਲੀ ਗਾਉਣਾ ਹੈ, ਉਹੀ ਅਸਲੀ ਕੀਰਤੀ ਗਾਉਣੀ ਹੈ। ਭਾਵ ਜੇ ਅਸੀਂ ਅਕਾਲ ਪੁਰਖ ਦੇ ਗੁਣ ਗਾਉਂਦੇ ਹਾਂ ਤੇ ਉਹਦੇ ਵਿੱਚ ਪ੍ਰੇਮ ਨਹੀਂ, ਉਹਦੇ ਰੰਗ ਵਿੱਚ ਰੱਤੇ ਨਹੀਂ, ਤਾਂ ਸਾਡਾ ਗਾਇਆ ਵੀ ਉਹਨੂੰ ਭਾਉਂਦਾ ਨਹੀਂ। ਤੇ ਇੱਕ ਤਾਂ ਸਤਿਗੁਰੂ ਜੀ ਨੇ ਅਕਾਲ ਪੁਰਖ ਦੇ ਨਾਲ ਪ੍ਰੇਮ ਦੀ ਸਿੱਖਿਆ ਉਹਦੇ ਚ ਦਿੱਤੀ, ਤੇ ਦੂਸਰਾ ਅਖੀਰ ਤੇ ਆ ਕੇ ਸਤਿਗੁਰੂ ਜੀ ਨੇ ਫਰਮਾਇਆ ਕਿ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਨਾਨਕ ਰਹਿਣ ਰਜ਼ਾਈ। ਭਾਵ ਕਿ ਉਸ ਦੇ ਨਾਲ ਜੁੜੇ ਹੋਏ, ਅਕਾਲ ਪੁਰਖ ਦੇ ਨਾਲ ਜੁੜਨ ਵਾਲੇ ਦੇ, ਉਸ ਵਿਅਕਤੀ ਨੂੰ ਭਾਉਂਦਾ ਹੀ ਇਹ ਹੈ, ਉਹਨੂੰ, ਉਸ ਨੂੰ ਚੰਗਾ ਹੀ ਇਹ ਲੱਗਦਾ, ਉਹਨੂੰ ਫਬਦਾ ਹੀ ਇਹ ਹੈ ਕਿ ਨਾਨਕ ਰਹਿਣ ਰਜ਼ਾਈ, ਉਹ ਉਹਦੀ ਰਜ਼ਾ ਦਾ ਜੀਵਨ ਜੀਵੇ, ਉਹਦੇ ਹੁਕਮ ਦਾ ਵਿੱਚ ਚੱਲੇ। ਤੋ ਇਹ ਦੋ ਉਪਦੇਸ਼ ਸਤਿਗੁਰੂ ਜੀ ਨੇ ਸਾਨੂੰ ਪਹਿਲੇ ਸ਼ਬਦਾਂ ਵਿੱਚ ਦਿੱਤੇ। ਇੱਕ ਤਾਂ ਉਸ ਅਕਾਲ ਪੁਰਖ ਦੇ ਗੁਣ ਗਾਉਣੇ, ਨਾਮ ਜਪਣਾ, ਜੋ ਪ੍ਰੇਮ ਦੇ ਨਾਲ ਰੱਤੇ ਜਾ ਕੇ ਭਗਤ ਰਸਾਲੇ, ਤੇ ਭਾਵ ਆਨੰਦ ਲੈਣ ਵਾਲੀ ਅਵਸਥਾ ਵਿੱਚ ਜਾ ਕੇ ਗੁਣ ਗਾਉਣੇ ਹਨ, ਤੇ ਦੂਸਰਾ ਉਹਦੀ ਰਜ਼ਾ ਦਾ ਜੀਵਨ ਜਿਉਣਾ ਹੈ। ਇਹ ਦੋ ਉਪਦੇਸ਼ ਸਾਨੂੰ ਸਤਿਗੁਰੂ ਜੀ ਨੇ ਪਹਿਲੇ ਸ਼ਬਦ ਦੇ ਵਿੱਚ ਦਿੱਤੇ, ਇਹ ਗੱਲ ਦ੍ਰਿੜ ਕਰਾਉਣ ਤੋਂ ਬਾਅਦ ਕਿ ਅਸੀਂ ਕੇਵਲ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਤਾਂ ਦੂਜੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਅਕਾਲ ਪੁਰਖ ਦੀ ਬੇਅੰਤਤਾ ਦਾ ਉਪਦੇਸ਼ ਦਿੱਤਾ ਹੈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੈ, ਤੇਰਾ ਕੀਤਾ ਕੇਵੜ ਚੀਰਾ। ਭਾਵ ਅਸੀਂ ਉਹਦੀ ਬੇਅੰਤਤਾ ਨੂੰ ਬਿਆਨ ਨਹੀਂ ਕਰ ਸਕਦੇ। ਤੇ ਫਿਰ ਇਹ ਜਿਹੜਾ ਬੇਅੰਤ ਹੈ, ਦੂਜੀ ਗੱਲ ਸਤਿਗੁਰਾਂ ਨੇ ਸਮਝਾਈ ਕਿ ਜਿਹੜਾ ਗਹਿਰ ਗੰਭੀਰ ਹੈ, ਗੁਣਾਂ ਦਾ ਖਜ਼ਾਨਾ ਹੈ, ਉਸ ਦੀ ਸਿਫਤ ਸਲਾਹ ਕਰਕੇ, ਗੁਣ ਗਾ ਕੇ, ਉਸ ਦੀ ਕੀਰਤੀ ਕਰਕੇ, ਭਾਵ ਨਾਮ ਸਿਮਰਨ ਨਾਲ ਜੁੜਨ ਦੇ ਨਾਲ ਹੀ ਉਹਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਉਹਦੇ ਗੁਣਾਂ ਦੇ ਖਜ਼ਾਨੇ ਦੇ ਨਾਲ ਜੁੜਨ ਦੇ ਨਾਲ ਹੀ ਸਾਡਾ ਜੀਵਨ ਸਵਰ ਸਕਦਾ ਹੈ। ਕਿਉਂਕਿ ਸਤਿਗੁਰੂ ਜੀ ਨੇ ਉਹ ਅਖੀਰਲੇ ਉਸ ਸ਼ਬਦ ਦੇ ਅਖੀਰਲੇ ਬੰਦ ਦੇ ਵਿੱਚ ਫਰਮਾਇਆ ਹੈ ਕਿ ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਭਾਵ ਉਹ ਗੁਣਾਂ ਦਾ ਭਰਪੂਰ ਖਜ਼ਾਨਿਆਂ ਵਾਲਾ ਉਹ ਅਕਾਲ ਪੁਰਖ ਹੈ। ਉਹ ਗੁਣਾਂ ਨੂੰ ਗਾਉਣ ਦੀ ਦਾਤ ਵੀ ਉਹ ਆਪ ਹੀ ਦਿੰਦਾ ਹੈ, ਤੇ ਆਪ ਹੀ ਉਹ ਸਾਡੇ ਜੀਵਨ ਨੂੰ ਸਵਾਰਦਾ ਹੈ। ਤਾਂ ਭਾਵ ਹੈ ਕਿ ਅਸੀਂ ਉਸ ਅਕਾਲ ਪੁਰਖ ਦੇ ਨਾਲ, ਬੇਅੰਤ ਪ੍ਰਭੂ ਦੇ ਨਾਲ ਜੁੜ ਕੇ, ਉਹ ਬੇਅੰਤ ਜਿਹਦੀ ਬੇਅੰਤਤਾ ਦਾ ਅਸੀਂ ਕੋਈ ਵਿਖਿਆਨ ਨਹੀਂ ਕਰ ਸਕਦੇ, ਤਾਂ ਉਹਦੇ ਨਾਲ ਜੁੜ ਕੇ ਉਹਦੇ ਗੁਣ ਗਾਉਣ ਦੀ ਦਾਤ ਉਸ ਤੋਂ ਮੰਗੀਏ, ਉਸ ਦੇ ਅੱਗੇ ਬੇਨਤੀ ਕਰੀਏ ਕਿ ਸਾਡੇ ਜੀਵਨ ਨੂੰ ਸਵਾਰੇ। ਇਹ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਤੇ ਜਿਹੜਾ ਤੀਜਾ ਸ਼ਬਦ ਸੀ, ਉਹਦੇ ਵਿੱਚ ਸਤਿਗੁਰੂ ਜੀ ਨੇ ਨਾਮ ਸਿਮਰਨ ਦਾ ਜੋ ਉਪਦੇਸ਼ ਹੈ ਕਿ ਨਾਮ ਸਿਮਰਨ ਹੀ ਉਸ ਅਕਾਲ ਪੁਰਖ ਦੇ ਨਾਲ ਜੁੜਨ ਦਾ ਰਸਤਾ ਹੈ, ਉਸ ਦੇ ਬਾਰੇ ਸਤਿਗੁਰਾਂ ਨੇ ਸਾਨੂੰ ਵਿਸਥਾਰ ਦੇ ਵਿੱਚ ਦ੍ਰਿੜ ਕਰਾਇਆ। ਸਭ ਤੋਂ ਪਹਿਲਾਂ ਤਾਂ ਰਹਾਉ ਦੀ ਪੰਕਤੀ ਵਿੱਚ ਸਤਿਗੁਰਾਂ ਨੇ ਕਿਹਾ ਕਿ ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ। ਅਸੀਸ ਮੰਗੀ, ਅਰਦਾਸ ਮੰਗੀ ਮਾਤਾ ਦੀ। ਸਤਿਗੁਰੂ ਜੀ ਨੇ ਇਹ ਸਮਝਾਉਣ ਦਾ ਉਹਨਾਂ ਦਾ ਢੰਗ ਸੀ ਕਿ ਅਸੀਂ ਵੀ ਇਸ ਤਰ੍ਹਾਂ ਹੀ ਕਰੀਏ ਕਿ ਸੋ ਕਿਉਂ ਵਿਸਰੈ ਮੇਰੀ ਮਾਏ, ਅਸੀਂ ਵੀ ਇਹੀ ਦਾਤ ਮੰਗੀਏ, ਸਾਚਾ ਸਾਹਿਬ ਸਾਚਾ ਨਾਏ। ਉਹ ਵਿਸਰੇ ਨਾ, ਮੈਂ ਸਾਚੇ ਸਾਹਿਬ ਨਾਲ ਜੁੜਾਂ। ਤੇ ਕਿਸ ਤਰ੍ਹਾਂ ਜੁੜਾਂ? ਸਾਚਾ ਨਾਏ। ਉਹ ਪ੍ਰਭੂ ਦੀ ਯਾਦ ਕਦੇ ਨਾ ਵਿਸਰੇ, ਨਾਮ ਸਿਮਰਨ ਦੇ ਰਾਹੀਂ। ਤੋ ਇਸ ਦਾ ਸਤਿਗੁਰੂ ਜੀ ਨੇ ਇੱਕੋ ਹੀ ਢੰਗ ਦੱਸਿਆ ਕਿ ਜਦੋਂ ਤੱਕ ਸਾਡੇ ਮਨ ਦੇ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ, ਸੱਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਆਂ ਦੁਖ। ਉਹ ਵਿਸਰੇ ਨਾ, ਹਮੇਸ਼ਾ ਸਾਡੇ ਹਿਰਦੇ ਵਿੱਚ ਨਿਵਾਸ ਕਰੇ। ਇਸ ਗੱਲ ਦਾ ਇੱਕੋ ਹੀ ਰਾਹ ਹੈ
ਕਿ ਸਾਡਾ ਅਕਾਲ ਪੁਰਖ ਦੇ ਨਾਲ ਪ੍ਰੇਮ ਪੈਦਾ ਹੋ ਜਾਵੇ, ਸਾਡੇ ਮਨ ਦੇ ਵਿੱਚ ਭੁੱਖ ਪੈਦਾ ਹੋ ਜਾਵੇ, ਤਾਂਘ ਪੈਦਾ ਹੋ ਜਾਵੇ ਉਸ ਅਕਾਲ ਪੁਰਖ ਦੇ ਨਾਲ ਜੁੜਨ ਦੀ। ਵਿੱਚ ਸਤਿਗੁਰਾਂ ਨੇ ਸਾਨੂੰ ਇਹ ਵੀ ਸਮਝਾਇਆ ਕਿ ਅਸੀਂ ਉਸ ਅਕਾਲ ਪੁਰਖ ਦੇ ਗੁਣ ਇਸ ਕਰਕੇ ਨਹੀਂ ਗਾਉਣੇ ਕਿ ਉਹਨੂੰ ਕੋਈ ਸਾਡੀ ਖੁਸ਼ਾਮਦ ਚਾਹੀਦੀ ਹੈ ਜਾਂ ਉਹਨੂੰ ਚੰਗਾ ਲੱਗਦਾ, ਚਾਪਲੂਸੀਆਂ ਚਾਹੀਦੀਆਂ ਨੇ। ਅਸੀਂ ਇਸ ਕਰਕੇ ਗਾਉਣੇ ਨੇ ਕਿਉਂਕਿ ਉਹ ਗੁਣਾਂ ਦਾ ਖਜ਼ਾਨਾ ਹੈ, ਉਹਦੇ ਨਾਲ ਜੁੜ ਕੇ ਅਸੀਂ ਗੁਣ ਗ੍ਰਹਿਣ ਕਰਨੇ ਹਨ। ਕਿਉਂਕਿ ਗੁਣਾਂ ਦੇ ਬਿਨਾਂ ਅਸੀਂ ਪਰਮਾਰਥ ਦੇ ਰਸਤੇ ਉੱਤੇ ਤੁਰ ਨਹੀਂ ਸਕਦੇ। ਤੇ ਅੰਤ ਵਿੱਚ ਸਤਿਗੁਰੂ ਜੀ ਨੇ ਬੜੇ ਕਰੜੇ ਸਖਤ ਸ਼ਬਦਾਂ ਦੇ ਵਿੱਚ ਸਾਨੂੰ ਵਾਰਨਿੰਗ ਦਿੱਤੀ ਕਿ ਖਸਮ ਵਿਸਾਰੈ ਤੇ ਕਮਜ਼ਾਤ, ਨਾਨਕ ਨਾਵੈ ਬਾਝ ਸਨਾਤ। ਜਿਹਦੇ ਅੰਦਰ ਨਾਮ ਦਾ ਨਿਵਾਸ ਨਹੀਂ, ਜਿਹੜਾ ਖਸਮ ਨੂੰ ਵਿਸਾਰ ਦਿੰਦਾ ਹੈ, ਉਹ ਸਭ ਤੋਂ ਨੀਵੀਂ ਕਿਸਮ ਦਾ, ਨੀਵੀਂ ਜਾਤੀ ਦਾ ਬੱਚਾ ਹੈ, ਇਨਸਾਨ ਹੈ। ਉਹ ਅਕਾਲ ਪੁਰਖ ਦਾ ਸਭ ਤੋਂ ਘਟੀਆ ਬੱਚਾ ਹੈ। ਤਾਂ ਅਸੀਂ ਉਹ ਨਹੀਂ ਬਣਨਾ। ਸਤਿਗੁਰੂ ਜੀ ਨੇ ਸਾਨੂੰ ਇਹ ਜੋ ਹੈ ਇਹ ਚੇਤਾਵਨੀ ਦਿੱਤੀ ਬੜੇ ਸਖਤ ਸ਼ਬਦਾਂ ਦੇ ਵਿੱਚ ਕਿ ਭਾਈ ਇਹ ਨਾ ਸਮਝਿਓ ਕਿ ਜੇ ਇਹੋ ਜਿਹੀ ਕੋਈ ਗੱਲ ਨਹੀਂ ਕਿ ਜੇ ਅਸੀਂ ਅਕਾਲ ਪੁਰਖ ਦਾ ਨਾਮ ਜਪ ਲਿਆ ਤੇ ਵਾਹ ਭਲਾ ਹੋਰ ਚੰਗਾ ਹੋ ਗਿਆ, ਤੇ ਜੇ ਨਾ ਵੀ ਜਪਿਆ ਤੇ ਕੁਝ ਨਹੀਂ। ਇਹ ਗੱਲ ਨਹੀਂ ਹੈ ਕਿ ਕਿਉਂਕਿ ਜੇ ਨਾ ਜਪਿਆ ਤੇ ਫਿਰ ਅਸੀਂ ਬੜੀ ਨੀਵੀਂ ਕਿਸਮ ਦੇ ਮਨੁੱਖ ਬਣ ਕੇ ਇਸ ਜਗਤ ਦੇ ਵਿੱਚੋਂ ਜਾਵਾਂਗੇ। ਸਾਡਾ ਜੀਵਨ ਨੀਵੇਂ ਤੋਂ ਨੀਵਾਂ ਹੁੰਦਾ ਜਾਏਗਾ। ਆਪਣੇ ਜੀਵਨ ਨੂੰ ਸਫਲ ਜੀਵਨ ਬਣਾਉਣ ਦੇ ਲਈ ਅਕਾਲ ਪੁਰਖ ਦੇ ਨਾਲ, ਉਹਦੇ ਨਾਮ ਦੇ ਨਾਲ ਜੁੜਨਾ ਅਤ ਜ਼ਰੂਰੀ ਹੈ। ਤਾਂ ਆਓ ਹੁਣ ਜੋ ਅੱਜ ਵਾਲਾ ਸ਼ਬਦ ਹੈ ਅੱਗੇ ਦੇਖੀਏ ਕਿ ਸਤਿਗੁਰੂ ਜੀ, ਜਿਵੇਂ ਕਿ ਪਿਛਲੀ ਵਾਰੀ ਸਤਿਗੁਰਾਂ ਨੇ ਸਾਡੀ ਇੱਕ ਗੁੰਝਲ ਖੋਲੀ ਸੀ ਕਿ ਮੈਨੂੰ ਉਹ ਕਿਵੇਂ ਅਕਾਲ ਪੁਰਖ ਨਾ ਵਿਸਰੇ, ਕਿਉਂਕਿ ਉਹਦਾ ਤੇ ਨਾਮ ਲੈਣਾ ਔਖਾ ਹੈ। ਤੇ ਸਤਿਗੁਰੂ ਜੀ ਨੇ ਸਮਝਾਇਆ ਸੀ ਕਿ ਜਦੋਂ ਉਹਦੇ ਨਾਲ ਪ੍ਰੇਮ ਪੈਦਾ ਹੋ ਜਾਏਗਾ ਫਿਰ ਆਖਣ ਔਖਾ ਫਿਰ ਉਹ ਨਹੀਂ ਰਹੇਗਾ। ਨਾਮ ਸਿਮਰਨ ਕਰਨਾ ਫਿਰ ਔਖਾ ਨਹੀਂ ਰਹੇਗਾ ਜਦੋਂ ਪ੍ਰੇਮ ਅੰਦਰ ਆ ਜਾਏਗਾ। ਹੁਣ ਸਤਿਗੁਰੂ ਜੀ ਨੇ ਨਾਮ ਦੀ ਬਾਰ-ਬਾਰ ਪਿਛਲੇ ਸ਼ਬਦ ਦੇ ਵਿੱਚ ਸਾਨੂੰ ਸਮਝਾਇਆ ਤੇ ਨਾਮ ਨਾ ਜਪਣ ਤੋਂ ਵੀ ਵਾਰਨ ਕੀਤਾ। ਤੇ ਹੁਣ ਨਾਮ ਜਪਣ ਦਾ ਰਸਤਾ ਕੀ ਹੈ, ਕਿਹੜਾ ਸੌਖਾ ਢੰਗ ਹੈ ਜਾਂ ਕਿਹੜਾ ਢੰਗ ਹੈ ਗੁਰਮਤਿ ਦੇ ਮੁਤਾਬਕ ਜਿਹਦੇ ਅਨੁਸਾਰ ਅਸੀਂ ਚੱਲ ਕੇ ਨਾਮ ਦੇ ਨਾਲ ਜੁੜਨਾ ਹੈ, ਉਹ ਸਤਿਗੁਰੂ ਜੀ ਹੁਣ ਸਾਨੂੰ ਇਸ ਸ਼ਬਦ ਦੇ ਵਿੱਚ ਸਮਝਾ ਰਹੇ ਹਨ। ਆਓ ਸਭ ਤੋਂ ਪਹਿਲਾਂ ਰਹਾਉ ਦੀ ਪੰਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪਰਗਾਸ। ਮੀਤ ਭਾਵ ਹੈ ਮੇਰੇ ਮਿੱਤਰ ਗੁਰਦੇਵ, ਮੋਕੋ RAM ਨਾਮ, ਮੋਕੋ ਭਾਵ ਮੇਰੇ ਅੰਦਰ, ਮੈਨੂੰ ਮੇਰੇ ਅੰਦਰ RAM ਨਾਮ ਦਾ ਪ੍ਰਗਾਸ ਕਰ। ਪ੍ਰਗਾਸ, ਪ੍ਰਗਾਸ ਦਾ ਕੀ ਅਰਥ ਹੈ? ਪ੍ਰਗਾਸ ਦਾ ਅਰਥ ਤੇ ਚਾਨਣ ਹੁੰਦਾ ਹੈ। ਜਦੋਂ ਅਸੀਂ ਕਿਸੇ ਹਨੇਰੇ ਕਮਰੇ 'ਚ ਬੈਠੇ ਹੋਈਏ ਤੇ ਚਾਨਣ ਨਾ ਹੋਵੇ ਤੇ ਸਾਡੇ ਕੋਲ ਪਈ ਹੋਈ ਚੀਜ਼ ਵੀ ਸਾਨੂੰ ਲੱਭਦੀ ਨਹੀਂ। ਇੱਥੇ ਸਤਿਗੁਰੂ ਜੀ ਕਮਰੇ ਦੀ ਗੱਲ ਨਹੀਂ ਕਰ ਰਹੇ, ਸਾਡੇ ਹਿਰਦੇ ਦੀ ਗੱਲ ਕਰ ਰਹੇ ਹਨ ਕਿ ਮੇਰੇ ਹਿਰਦੇ ਦੇ ਵਿੱਚ RAM ਨਾਮ ਦਾ ਪ੍ਰਗਾਸ ਕਰ, ਮੇਰੇ ਹਿਰਦੇ ਦੇ ਵਿੱਚ RAM ਨਾਮ ਦਾ ਚਾਨਣ ਕਰ। ਹੇ ਮੇਰੇ ਮੀਤ ਗੁਰਦੇਵ, ਹੇ ਮੇਰੇ ਮਿੱਤਰ ਗੁਰੂ, ਮੈਨੂੰ ਪ੍ਰਭੂ ਦੇ ਨਾਮ ਦਾ ਚਾਨਣ ਬਖਸ਼। ਸਤਿਗੁਰੂ ਅੱਗੇ ਕਹਿੰਦੇ ਹਨ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਅਮਰੀ ਰਹਿ ਰਾਸ। ਗੁਰਮਤਿ ਨਾਮ ਭਾਵ ਗੁਰੂ ਦੀ ਮੱਤ ਰਾਹੀਂ ਪ੍ਰਾਪਤ ਹੋਇਆ ਨਾਮ। ਹੁਣ ਗੁਰੂ ਦੀ ਮੱਤ ਰਾਹੀਂ ਕਿਸ ਤਰ੍ਹਾਂ ਪ੍ਰਾਪਤ ਹੋਏਗਾ? ਗੁਰੂ ਦੀ ਮੱਤ ਕੋਈ ਕਿਤਾਬ ਪੜ੍ਹ ਲਈ ਤੇ ਮੱਤ ਪ੍ਰਾਪਤ ਹੋ ਗਈ, ਜਾਂ ਬਾਣੀ ਪੜ੍ਹ ਲਈ ਕੁਝ ਪੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਗੁਰਮਤਿ ਪ੍ਰਾਪਤ ਹੋ ਗਈ? ਨਹੀਂ, ਗੁਰਮਤਿ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਅਸੀਂ ਦੀ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਸ਼ੁਰੂ ਕਰਦੇ। ਤਾਂ ਗੁਰਮਤਿ ਦਾ ਭਾਵ ਹੈ ਗੁਰੂ ਦੀ ਮੱਤ ਰਾਹੀਂ ਮਿਲਿਆ ਹੋਇਆ ਨਾਮ, ਗੁਰਮਤਿ ਨਾਮ। ਤਾਂ ਜਦੋਂ ਅਸੀਂ ਜੀਵਨ ਨੂੰ ਗੁਰੂ ਦੀ ਮੱਤ ਅਨੁਸਾਰ ਚਲਾਉਂਦੇ ਹਾਂ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਤੇ ਉਹਦੇ ਬਾਰੇ ਸਤਿਗੁਰੂ ਕਹਿ ਰਹੇ ਹਨ, ਗੁਰੂ ਦੀ ਮੱਤ ਰਾਹੀਂ ਮਿਲਿਆ ਹੋਇਆ ਨਾਮ ਮੇਰਾ ਪ੍ਰਾਣ ਸਖਾਈ। ਪ੍ਰਾਣ ਸਖਾਈ ਭਾਵ ਮੇਰੇ ਪ੍ਰਾਣਾਂ ਦਾ, ਜਿੰਦ ਦਾ ਸਾਥੀ। ਅਸੀਂ ਆਪਣਾ ਕੋਈ ਬਹੁਤ ਨੇੜੇ ਦਾ ਸੰਬੰਧੀ ਜਾਂ ਦੋਸਤ ਹੋਵੇ ਤੇ ਉਹਨੂੰ ਕਹਿੰਦੇ ਹਾਂ ਕਿ ਇਹ ਮੇਰਾ ਪ੍ਰਾਣ ਸਖਾ ਹੈ, ਬਾਲ ਸਖਾ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਗੁਰਮਤਿ ਨਾਮ ਜਿਹੜਾ ਹੈ, ਗੁਰੂ ਦੀ ਮੱਤ ਰਾਹੀਂ ਪ੍ਰਾਪਤ ਹੋਇਆ ਨਾਮ, ਇਹ ਮੇਰੀ ਜਿੰਦ ਦਾ ਸਾਥੀ ਹੈ।
ਇਹ ਮੇਰਾ ਸਾਥ ਨਹੀਂ ਕਦੀ ਛੱਡੇਗਾ, ਮੇਰੀ ਜਿੰਦ ਦਾ ਸਾਥ ਨਹੀਂ ਕਦੀ ਛੱਡੇਗਾ। ਹਰ ਕੀਰਤ ਉਸ ਪ੍ਰਭੂ ਦੀ ਸਿਫਤ ਸਲਾਹ ਕੀਰਤ, ਹਮਰੀ ਰਾਹ ਰਾਸ। ਰਾਹ ਰਾਸ ਦਾ ਅਰਥ ਹੈ ਰਾਹ ਦੀ ਰਾਸ, ਭਾਵ ਰਾਸ਼ੀ। ਜਦੋਂ ਅਸੀਂ ਘਰੋਂ ਨਿਕਲਦੇ ਹਾਂ ਸਫ਼ਰ ਤੇ ਨਾਲ ਕੁਝ ਪੈਸੇ ਲੈ ਕੇ ਜੇਬ ਵਿੱਚ ਪਾ ਕੇ, ਖਾਲੀ ਜੇਬ ਅਸੀਂ ਕਦੀ ਨਹੀਂ ਚੱਲਦੇ। ਫਿਰ ਰਸਤੇ ਵਿੱਚ ਇਹਦੀ ਲੋੜ ਪੈਣੀ ਹੈ। ਉਹ ਸਾਡੇ ਵਾਸਤੇ ਇੱਕ ਬੜੀ ਕੀਮਤੀ ਚੀਜ਼ ਹੁੰਦੀ ਹੈ। ਜੇ ਅਸੀਂ ਸਫ਼ਰ ਕਰ ਰਹੇ ਹੋਈਏ ਤੇ ਰਸਤੇ 'ਚ ਕਿਤੇ ਸਾਡੀ ਜੇਬ ਕੱਟੀ ਜਾਵੇ ਤਾਂ ਫਿਰ ਜੋ ਸਾਡਾ ਹਾਲ ਹੁੰਦਾ ਹੈ, ਜੇ ਸਾਡਾ ਹੋਇਆ ਨਹੀਂ ਤੇ ਅਸੀਂ ਜ਼ਰੂਰ ਕਿਸੇ ਨਾ ਕਿਸੇ ਦਾ ਦੇਖਿਆ ਜ਼ਰੂਰ ਹੋਣਾ ਵੀ ਕੀ ਹਾਲਤ ਹੋ ਜਾਂਦੀ ਹੈ ਬੰਦੇ ਦੀ। ਕਿਉਂਕਿ ਉਹਨੂੰ ਤਾਂ ਫਿਰ ਇਹ ਨਹੀਂ ਸਮਝ ਲੱਗਦੀ ਕਿ ਹੁਣ ਮੈਂ ਕਰਾਂ ਤੇ ਕੀ ਕਰਾਂ, ਮੈਂ ਜਾਵਾਂ ਕਿੱਧਰ। ਹੁਣ ਮੈਂ ਨਾ ਘਰ ਜਾਣ ਜੋਗਾ, ਨਾ ਮੰਜ਼ਿਲ ਤੇ ਜਾਣ ਜੋਗਾ, ਕਿਸੇ ਪਾਸੇ ਜੋਗਾ। ਇਹ ਇੰਪੋਰਟੈਂਸ ਹੁੰਦੀ ਹੈ ਰਸਤੇ ਦੀ, ਜ਼ਿੰਦਗੀ ਦੇ ਰਸਤੇ ਦੀ, ਜਿਹੜੀ ਖਰਚੇ ਦੀ ਗੱਲ ਸਤਿਗੁਰੂ ਕਹਿ ਰਹੇ ਹਨ, ਜਿਹਨੂੰ ਸਤਿਗੁਰਾਂ ਨੇ ਸਾਡੇ ਨਾਮ ਦੇ ਨਾਲ ਉਹਨਾਂ ਨੇ ਸਮਝਾਇਆ ਹੈ ਕਿ ਹਰ ਕੀਰਤ ਉਸ ਹਰੀ ਦੀ ਜੋ ਕੀਰਤੀ ਹੈ, ਪ੍ਰਭੂ ਦੀ ਸਿਫਤ ਸਲਾਹ ਹੈ, ਨਾਮ ਹੈ, ਉਹ ਮੇਰੇ ਜ਼ਿੰਦਗੀ ਦੇ ਸਫ਼ਰ ਦੇ ਰਸਤੇ ਦੀ ਰਾਸ਼ੀ ਹੈ। ਮੇਰੇ ਖਰਚ ਦਾ, ਮੇਰੇ ਗੁਜ਼ਾਰੇ ਜੋਗਾ ਜੋ ਰਸਤਾ ਹੈ, ਉਹਦੇ ਵਿੱਚ ਜੋ ਖਰਚਾ ਚਾਹੀਦਾ ਹੈ, ਉਹ ਰਾਹ ਰਾਸ ਸਤਿਗੁਰਾਂ ਨੇ ਨਾਮ ਦਿੱਤਾ ਹੈ ਕਿ ਹਰ ਕੀਰਤ ਹਮਰੀ ਰਾਹ ਰਾਸ। ਹੁਣ ਸਤਿਗੁਰੂ ਜੀ ਨੇ ਦੋ ਪੰਕਤੀਆਂ ਜੋ ਇਸ ਸ਼ਬਦ ਦਾ ਮੁੱਖ ਭਾਵ ਨੇ, ਇਹਦੇ ਵਿੱਚ ਦੋ ਗੱਲਾਂ ਸਾਨੂੰ ਦਰੜਾਈਆਂ ਨੇ। ਇੱਕ ਤਾਂ ਸਤਿਗੁਰਾਂ ਨੇ ਨਾਮ ਦੀ ਇੰਪੋਰਟੈਂਸ ਸਾਡੇ ਵਾਸਤੇ ਕੀ ਹੈ, ਸਤਿਗੁਰਾਂ ਨੇ ਉਹ ਦੱਸੀ ਹੈ। ਇੱਕ ਤਾਂ ਸਤਿਗੁਰਾਂ ਨੇ ਨਾਮ ਨੂੰ ਪ੍ਰਾਣ ਸਿਖਾਈ ਕਿਹਾ ਕਿ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹੈ। ਇਹ ਮੇਰੇ ਨਾਲ ਚੱਲਦਾ, ਜੋ ਜਿੰਦ ਦੇ ਨਾਲ ਚੱਲਦਾ। ਹੁਣ ਜਿੰਦ ਦੇ ਨਾਲ ਚੱਲਣ ਦਾ ਅਰਥ ਸਰੀਰ ਦੇ ਨਾਲ ਚੱਲਣਾ ਨਹੀਂ ਕਿਹਾ, ਪ੍ਰਾਣ ਦੇ ਨਾਲ ਕਿਹਾ ਹੈ। ਪ੍ਰਾਣ ਸਿਖਾਈ ਮੇਰੀ ਜਿੰਦ ਦੇ ਨਾਲ ਚੱਲਦਾ ਹੈ, ਭਾਵ ਇਹ ਲੋਕ ਤੇ ਪਰਲੋਕ ਦੋਵੇਂ ਥਾਵਾਂ ਤੇ ਮੇਰਾ ਸਹਾਈ ਹੈ। ਲੋਕ ਪਰਲੋਕ ਸੰਗ ਸਹਾਈ ਵਾਲੀ ਗੱਲ ਹੈ ਕਿ ਇਹ ਪ੍ਰਾਣ ਸਿਖਾਈ ਹੈ ਜੋ ਸਦਾ ਮੇਰੇ ਨਾਲ ਚੱਲਦਾ, ਇਹ ਕਦੇ ਸਾਥ ਨਹੀਂ ਛੱਡਦਾ। ਜਿਵੇਂ ਮਿੱਤਰ ਕਦੇ ਸਾਥ ਨਹੀਂ ਛੱਡਦਾ, ਮਿੱਤਰ ਦੀ ਨਿਸ਼ਾਨੀ ਹੀ ਇਹ ਹੁੰਦੀ ਹੈ, ਉਸੇ ਤਰ੍ਹਾਂ ਨਾਮ ਵੀ ਸਾਥ ਨਹੀਂ ਛੱਡਦਾ। ਕਿਉਂਕਿ ਨਾਮ ਦੇ ਨਾਲ ਜੁੜਨ ਨਾਲ ਅਸੀਂ ਉਸ ਗੁਣਾਂ ਦੇ ਖਜ਼ਾਨੇ, ਗੁਣੀ ਗਹੀਰ ਨਾਲ ਜੁੜਦੇ ਹਾਂ, ਗੁਣ ਗ੍ਰਹਿਣ ਕਰਦੇ ਹਾਂ। ਤੇ ਜਿਹੜੇ ਗੁਣ ਹੁੰਦੇ ਹਨ, ਉਹ ਗੁਣ ਹਮੇਸ਼ਾ ਇਨਸਾਨ ਦੇ ਨਾਲ ਨਿਭਦੇ ਹਨ। ਕਿਉਂਕਿ ਜਦੋਂ ਬੰਦੇ ਨੂੰ ਗੁਣ ਪ੍ਰਾਪਤ ਹੋ ਜਾਂਦੇ ਹਨ ਤਾਂ ਬੰਦੇ ਦੇ ਕਰਮ ਵੀ ਸ਼ੁਭ ਹੋ ਜਾਂਦੇ ਹਨ, ਤੇ ਕਰਮ ਜੋ ਹਨ ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਹਨ। ਤੋ ਇਸ ਕਰਕੇ ਨਾਮ ਤੋਂ ਅਸੀਂ ਗੁਣੀ ਗਹੀਰ ਨਾਲ ਜੁੜੇ, ਸ਼ੁਭ ਗੁਣ ਪ੍ਰਾਪਤ ਹੋਏ, ਸ਼ੁਭ ਗੁਣਾਂ ਦੇ ਸਹਾਰੇ ਅਸੀਂ ਸ਼ੁਭ ਕਰਮ ਕੀਤੇ, ਤੇ ਸ਼ੁਭ ਕਰਮ ਜਿਹੜੇ ਹਨ ਉਹ ਹਮੇਸ਼ਾ ਸਾਡੇ ਨਾਲ ਚੱਲਦੇ ਹਨ। ਸੋ ਜਿਹੜਾ ਨਾਮ ਹੈ ਉਹ ਸਾਡੇ ਜ਼ਿੰਦਗੀ ਦੀ ਪੂੰਜੀ ਹੈ। ਉਹ ਕੋਈ ਥਾਂ ਦੇ ਉੱਤੇ ਵੀ ਪਹੁੰਚ ਜਾਏ, ਜਿੱਥੇ ਜਿਵੇਂ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਸਤਿਗੁਰਾਂ ਨੇ ਸਮਝਾਇਆ ਕਿ ਜਿੱਥੇ ਹੋਰ ਕੋਈ ਚੀਜ਼ ਤੇਰੀ ਮਦਦ ਕਰਨ ਦੇ ਵਾਸਤੇ ਤੇਰੇ ਕੋਲ ਨਹੀਂ ਹੁੰਦੀ, ਉੱਥੇ ਤੇਰੇ ਕੋਲ ਨਾਮ ਜਿਹੜਾ ਹੈਗਾ ਉਹ ਤੇਰਾ ਸਹਾਈ ਹਮੇਸ਼ਾ ਤੇਰੇ ਸੰਗ ਰਹਿੰਦਾ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਜ਼ਿੰਦਗੀ ਦੇ ਰਾਹ ਦੀ ਪੂੰਜੀ ਹੈ। ਇੱਕ ਹੋਰ ਥਾਂ ਤੇ ਵੀ ਸਤਿਗੁਰਾਂ ਨੇ, ਜਿਵੇਂ ਆਪਾਂ ਸਾਰਿਆਂ ਨੇ ਉਹ ਸ਼ਬਦ ਪੜ੍ਹਿਆ ਹੋਇਆ ਹੈ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਾਂ। ਤਾਂ ਉਹ ਪ੍ਰਾਣ ਸਿਖਾਈ ਵਾਲੀ ਗੱਲ ਹੈ ਕਿ ਜਦੋਂ ਵੀ, ਜਿੱਥੇ ਵੀ ਸਾਨੂੰ ਲੋੜ ਪਵੇ, ਇਹ ਰਾਸ ਰਾਸ ਪੂੰਜੀ ਦੀ ਵਾਲੀ ਗੱਲ ਹੈ ਕਿ ਨਾਮ ਹੀ ਸਾਡੀ ਅਸਲ ਰਾਸ ਪੂੰਜੀ ਹੈ। ਨਾਮ ਹੀ ਸਾਡਾ ਪ੍ਰਾਣ ਸਿਖਾਈ ਹੈ, ਪ੍ਰਾਣ ਪਿਆਰਾ ਹੈ, ਜੋ ਹਮੇਸ਼ਾ ਸਾਡੇ ਨਾਲ ਰਹਿਣਾ ਹੈ। ਤੋ ਸਤਿਗੁਰਾਂ ਨੇ ਇੱਕ ਤਾਂ ਨਾਮ ਦੀ ਇੰਪੋਰਟੈਂਸ ਦੱਸੀ ਹੈ, ਤੇ ਦੂਜੀ ਰਾਹ ਦੀ ਪੰਕਤੀ ਦੇ ਸਤਿਗੁਰਾਂ ਨੇ ਜਿਹੜੀ ਗੱਲ ਕਹੀ ਹੈ ਕਿ ਮੋਕੋ ਰਾਮ ਨਾਮ ਪ੍ਰਗਾਸ, ਬੇਨਤੀ ਕੀਤੀ ਹੈ ਮੇਰੇ ਮੀਤ ਗੁਰਦੇਵ ਨੂੰ। ਮਨੁੱਖ ਦੇ ਹਿਰਦੇ ਦੇ ਅੰਦਰ ਰਾਮ ਨਾਮ ਦਾ ਪ੍ਰਗਾਸ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ। ਭਾਵ ਉਹ ਰਾਮ ਨਾਮ, ਉਹ ਅਕਾਲ ਪੁਰਖ, ਉਹ ਵਾਹਿਗੁਰੂ ਜੋ ਹਿਰਦੇ ਦੇ ਵਿੱਚ ਮੌਜੂਦ ਹੈ, ਘਟ ਘਟ ਮੈਂ ਹਰ ਜੂ ਵਸੈ, ਉਹ ਬੈਠਾ ਹੈ ਹਿਰਦੇ ਦੇ ਵਿੱਚ। ਪਰ ਉਹ ਪ੍ਰਗਟ ਉਦੋਂ ਹੁੰਦਾ ਹੈ ਜਦੋਂ ਗੁਰੂ ਉਹਨੂੰ ਪ੍ਰਗਟ ਕਰਦਾ ਹੈ। ਤੇ ਗੁਰੂ ਕਿਵੇਂ ਪ੍ਰਗਟ ਕਰਦਾ ਹੈ ਕਿ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ, ਜਿਵੇਂ ਇਸ ਤੋਂ ਦੂਜੀ ਪੰਕਤੀ ਦੇ ਵਿੱਚ ਵੀ ਗੁਰਮਤਿ ਦੀ ਗੱਲ ਕੀਤੀ ਹੈ, ਜਦੋਂ ਅਸੀਂ ਗੁਰਮਤਿ ਨੂੰ ਗ੍ਰਹਿਣ ਕਰਦੇ ਹਾਂ, ਆਪਣੇ ਜੀਵਨ ਨੂੰ ਗੁਰਮਤਿ ਦੇ ਮੁਤਾਬਕ ਢਾਲਦੇ ਹਾਂ, ਤੇ ਫਿਰ ਉਹਨਾਂ ਚੀਜ਼ਾਂ ਦੀ
ਜਿਹੜੀ ਹੈ ਉਹ ਗੁਰੂ ਉਹਨਾਂ ਦੇ ਉਸ ਜੀਵਨ ਦੇ ਢੰਗ ਦੇ ਨਾਲ, ਉਸ ਜੀਵਨ ਜਾਚ ਦੇ ਨਾਲ ਉਹ ਚੀਜ਼ਾਂ ਵਿੱਚੋਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਕਰਕੇ ਸਾਡਾ ਨਾਮ ਨਾਲ ਨਾਤਾ, ਗੁਰੂ ਨਾਲ, ਅਕਾਲ ਪੁਰਖ ਨਾਲ ਨਾਤਾ ਜੁੜ ਨਹੀਂ ਰਿਹਾ ਹੁੰਦਾ। ਗੁਰਬਾਣੀ ਦੇ ਵਿੱਚ ਜਿਵੇਂ ਹੋਰ ਥਾਵਾਂ ਤੇ ਵੀ ਆਉਂਦਾ ਹੈ ਕਿ ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਤਾਂ ਉਹ ਜਿਹੜਾ ਪਰਦਾ ਵਿੱਚ ਫੈਲੇ ਬੈਠਾ ਹੋਇਆ ਹੈ ਸਾਡੇ ਔਰ ਅਕਾਲ ਪੁਰਖ ਦੇ ਵਿੱਚ, ਸਾਡੇ ਔਰ ਨਾਮ ਦੇ ਵਿੱਚ, ਜਾਂ ਜਪਜੀ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਇਸ਼ਾਰਾ ਕੀਤਾ ਸੀ ਕਿ ਕਿਵ ਕੂੜੈ ਟੁੱਟੈ ਪਾਲ, ਉਹ ਕੂੜ ਦੀ ਦੀਵਾਰ ਕਿਵੇਂ ਗੁਜ਼ਰੇ, ਉਹ ਟੁੱਟ ਜਾਵੇ, ਕਿਉਂਕਿ ਕੂੜ ਹੀ, ਮਾਇਆ ਹੀ, ਇਹ ਜਗਤ ਹੀ, ਜਗਤ ਦਾ ਪ੍ਰੇਮ ਹੀ, ਜਗਤ ਦਾ ਮੋਹ ਹੀ, ਜਗਤ ਦੇ ਨਾਲ ਲਗਾਓ ਜਿਹੜਾ ਸਾਡਾ ਹੋ ਜਾਂਦਾ ਹੈ, ਉਹੀ ਸਾਡੇ ਔਰ ਨਾਮ ਦੇ ਵਿਚਕਾਰ ਜਿਹੜੀ ਹੈ ਉਹ ਦੀਵਾਰ ਹੈ, ਪਰਦਾ ਹੈ। ਤਾਂ ਜਦੋਂ ਅਸੀਂ ਗੁਰੂ ਦੇ ਦੱਸੇ ਰਸਤੇ ਦੇ ਉੱਤੇ ਚੱਲਦੇ ਹਾਂ, ਗੁਰਮਤਿ ਨੂੰ ਗ੍ਰਹਿਣ ਕਰਦੇ ਹਾਂ, ਤਾਂ ਨਾਮ ਪ੍ਰਗਟ ਹੁੰਦਾ ਹੈ। ਮੋਕੋ ਰਾਮ ਨਾਮ ਪ੍ਰਗਾਸ, ਏ ਮੇਰੇ ਮੀਤ, ਮੇਰੇ ਮਿੱਤਰ ਗੁਰੂ, ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਦੱਸੇ ਹੋਏ ਰਾਹ ਦੇ ਉੱਤੇ, ਗੁਰਮਤਿ ਦੇ ਉੱਤੇ ਤੋਰ, ਤਾਂ ਕਿ ਮੇਰੇ ਹਿਰਦੇ ਦੇ ਵਿੱਚ ਉਹ ਨਾਮ ਜੋ ਮੈਨੂੰ ਪ੍ਰਗਟ ਹੁੰਦਾ ਨਹੀਂ ਦਿਸ ਰਿਹਾ, ਉਹ ਪ੍ਰਗਟ ਹੋ ਜਾਵੇ। ਮੋਕੋ ਰਾਮ ਨਾਮ ਪ੍ਰਗਾਸ, ਮੇਰੇ ਸਾਹਮਣੇ ਪ੍ਰਗਟ ਕਰ ਦੇ, ਕਿਉਂਕਿ ਜਦੋਂ ਚਾਨਣ ਪੈਂਦਾ ਹੈ ਤਾਂ ਚੀਜ਼ਾਂ ਪ੍ਰਗਟ ਹੋ ਜਾਂਦੀਆਂ। ਜਿਵੇਂ ਗੱਲ ਕੀਤੀ ਸੀ ਆਪਾਂ, ਹਨੇਰੇ ਕਮਰੇ 'ਚ ਕੋਈ ਚੀਜ਼ ਲੱਭਦੀ ਨਹੀਂ, ਪਰ ਇੱਕ ਛੋਟਾ ਜਿਹਾ ਦੀਵਾ ਵੀ ਜਗ ਜਾਏ, ਕੋਈ ਬੱਤੀ ਵੀ ਜਗ ਜਾਏ, ਤਾਂ ਉਹ ਸਭ ਚੀਜ਼ਾਂ ਲੱਭ ਜਾਂਦੀਆਂ ਹਨ। ਤਾਂ ਉਹ ਰਾਮ ਨਾਮ ਗੁਰਮਤਿ ਦੇ ਪ੍ਰਗਾਸ ਦੇ ਨਾਲ ਹੀ ਜੋ ਹੈ ਸਾਨੂੰ ਪ੍ਰਾਪਤ ਹੁੰਦਾ ਹੈ। ਤੋ ਆਓ ਅੱਗੇ ਚੱਲੀਏ। ਇਸੇ ਗੱਲ ਨੂੰ ਸਤਿਗੁਰੂ ਜੀ ਫਿਰ ਪਹਿਲੇ ਪੈਰੇ ਦੇ ਵਿੱਚ ਵੀ, ਪਹਿਲੇ ਪਦੇ ਦੇ ਵਿੱਚ ਵੀ ਇਹ ਸਾਨੂੰ ਸਮਝਾਉਂਦੇ ਹਨ ਕਿ ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹੇ ਹਰੀ ਦੇ ਸੇਵਕ ਸਤਿਗੁਰੂ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਮਹਾਪੁਰਖ, ਹੇ ਮਹਾਪੁਰਖ ਗੁਰੂ, ਬਿਨੋ ਕਰੋ, ਮੈਂ ਬੇਨਤੀ ਕਰਦਾ ਹਾਂ, ਕਰੋ ਆਪਣੇ ਵਾਸਤੇ ਕਿਹਾ ਹੈ, ਫਸਟ ਪਰਸਨ ਵਾਸਤੇ, ਬਿਨੋ ਕਰੋ ਗੁਰ ਪਾਸ, ਇਹ ਗੁਰੂ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਹੇ ਹਰੀ ਦੇ ਮਿੱਤਰ ਗੁਰੂ, ਇਹ ਮਹਾਪੁਰਖ ਗੁਰੂ, ਮੈਂ ਤੇਰੇ ਅੱਗੇ ਬੇਨਤੀ ਕਰ ਰਿਹਾ ਹਾਂ ਕਿ ਹਮ ਕੀਰੇ ਕਿਰਮ, ਕੀਰੇ ਕਿਰਮ ਭਾਵ ਬੜੇ ਛੋਟੇ ਜੀਵ, ਨਿਮਾਣੇ ਜੀਵ, ਦੀਨ ਜਿਹਨੂੰ ਕਹਿੰਦੇ ਹਨ, ਜਿਹੜੇ ਜਿਨ੍ਹਾਂ ਦੇ ਵਿੱਚ ਆਪਣੀ ਕੋਈ ਸ਼ਕਤੀ ਨਹੀਂ ਹੁੰਦੀ। ਸਤਿਗੁਰੂ ਜੀ ਆਪਣੇ ਆਪ ਨੂੰ ਉਹ ਦੱਸ ਰਹੇ ਹਨ, ਹਮ ਕੀਰੇ ਕਿਰਮ, ਅਸੀਂ ਤਾਂ ਬਹੁਤ ਛੋਟੇ, ਕਿਰਪਾ ਕਰ, ਮੈਂ ਬਹੁਤ ਨਿਮਾਣਾ ਬਣ ਕੇ ਤੇਰੇ ਅੱਗੇ ਆਇਆ ਹਾਂ। ਸਤਿਗੁਰ ਸ਼ਰਣਾਈ, ਹੇ ਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਮੁਕੋ ਕਰ ਦਇਆ ਨਾਮ ਪ੍ਰਗਾਸ, ਮੇਰੇ ਉੱਤੇ ਦਇਆ ਕਰ, ਕਿਰਪਾ ਕਰ, ਤੇ ਮੈਨੂੰ ਕੀ ਦੇ, ਨਾਮ ਪ੍ਰਗਾਸ, ਨਾਮ ਦਾ ਚਾਨਣ ਪੈਦਾ ਕਰ ਦੇ ਮੇਰੇ ਹਿਰਦੇ ਦੇ ਵਿੱਚ, ਤਾਂ ਕਿ ਮੇਰਾ ਨਾਮ ਦੇ ਨਾਲ ਮਿਲਾਪ ਹੋ ਜਾਵੇ, ਮੇਰਾ ਨਾਮ ਦੇ ਨਾਲ ਪ੍ਰੇਮ ਹੋ ਜਾਵੇ, ਰਿਸ਼ਤਾ ਜੁੜ ਜਾਵੇ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ। ਸਤਿਗੁਰੂ ਜੀ ਨੇ ਸਾਨੂੰ ਮਤਲਬ ਢੰਗ ਸਿਖਾਇਆ ਹੈ ਕਿ ਗੁਰੂ ਪਾਸੋਂ ਦਾਤ ਕਿਸ ਤਰ੍ਹਾਂ ਮੰਗਣੀ ਹੈ, ਬੇਨਤੀ ਕਿਸ ਤਰ੍ਹਾਂ ਕਰਨੀ ਹੈ, ਜਾਚਨਾ ਕਿਸ ਤਰ੍ਹਾਂ ਕਰਨੀ ਹੈ। ਕਿਉਂਕਿ ਜਦੋਂ ਤੱਕ ਅਸੀਂ ਨਿਮਰਤਾ ਦੇ ਵਿੱਚ ਆ ਕੇ, ਨਿਮਾਣੇ ਬਣ ਕੇ ਗੁਰੂ ਦੇ ਸ਼ਰਨ ਦੇ ਵਿੱਚ ਨਹੀਂ ਜਾਵਾਂਗੇ, ਉਦੋਂ ਤੱਕ ਸਾਡੇ ਮਨ ਦੀ ਉਹ ਹਾਲਤ ਨਹੀਂ ਹੋਏਗੀ ਕਿ ਅਸੀਂ ਗੁਰੂ ਪਾਸੋਂ ਕੁਝ ਪ੍ਰਾਪਤ ਕਰ ਸਕੀਏ। ਹੰਕਾਰੀ ਬੰਦਾ ਕਿਸੇ ਪਾਸੋਂ ਕੁਝ ਨਹੀਂ ਪ੍ਰਾਪਤ ਕਰ ਸਕਦਾ, ਕਿਉਂਕਿ ਉਹਦੇ ਮਨ ਦੀ ਹਾਲਤ ਹੰਕਾਰ ਕਰਕੇ ਐਸੀ ਹੁੰਦੀ ਹੀ ਨਹੀਂ ਕਿ ਉਹਦੇ ਹਿਰਦੇ ਦੇ ਵਿੱਚ ਕੋਈ ਨਵੀਂ ਗੱਲ ਪ੍ਰਾਪਤ ਹੋ ਜਾਵੇ, ਟਿਕ ਜਾਵੇ। ਇਹ ਨਿਮਰਤਾ ਦੀ ਅਵਸਥਾ ਦੀ ਲੋੜ ਹੀ ਇਸੇ ਕਰਕੇ ਹੁੰਦੀ ਹੈ ਕਿ ਆਪਣੇ ਮਨ ਨੂੰ ਅਸੀਂ ਉਸ ਹਾਲਤ ਵਿੱਚ ਲਿਆਉਣਾ ਹੈ, ਤਾਂ ਕਿ ਅਸੀਂ ਗੁਰੂ ਦੇ ਅੱਗੇ ਬੇਨਤੀ ਕਰਦੇ ਹਾਂ, ਇਹ ਢੰਗ ਵਰਤਣਾ ਹੈ ਤਾਂ ਕਿ ਅਸੀਂ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਦੇ ਕਾਬਲ ਹੋ ਜਾਈਏ। ਤਾਂ ਸਤਿਗੁਰੂ ਕਹਿੰਦੇ ਹਨ ਕਿ ਇਉਂ ਬੇਨਤੀ ਕਰੋ, ਆਪਣੇ ਮਨ ਦੀ ਹਾਲਤ ਐਸੀ ਬੇਨਤੀ ਤੇ ਜਾਚਨਾ ਕਰਨ ਵਾਲੀ, ਨਿਮਰਤਾ ਵਾਲੀ ਹਾਲਤ ਵਿੱਚ ਆਓ ਤੇ ਦਾਤ ਮੰਗੋ, ਕਰ ਦਇਆ ਨਾਮ ਪ੍ਰਗਾਸ। ਇਹ ਸਤਿਗੁਰੂ ਸਾਨੂੰ ਸਿਖਾ ਰਹੇ ਹਨ। ਅੱਗੇ ਚੱਲੀਏ ਜੀ। ਹਰ ਜਨ ਕੇ ਵਡ ਭਾਗ ਵਡੇਰੇ,
जिन हर हर श्रद्धा हर प्यास। हर जन के प्रभु दे सेवकां दे वड भाग, उन्हां दे उच्चे भाग हन, वडेरे बड़े उच्चे भाग हन। हर जन के वड भाग वडेरे, ਜਿਹੜੇ ਹਰੀ ਦੇ ਜਨ ਹਨ, ਹਰੀ ਦੇ ਸੇਵਕ ਹਨ, ਉਹਨਾਂ ਦੇ ਬਹੁਤ ਉੱਚੇ ਭਾਗ ਹਨ। ਕਿਉਂ? ਜਿਨ ਹਰ ਹਰ ਸ਼ਰਧਾ ਹਰ ਪਿਆਸ, ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸ਼ਰਧਾ ਹੈ, ਖਿੱਚ ਹੈ, ਪਿਆਸ ਹੈ, ਪ੍ਰੇਮ। ਕਿਉਂਕਿ ਪ੍ਰੇਮ ਤੋਂ ਬਿਨਾਂ ਤੇ ਸ਼ਰਧਾ ਤੋਂ ਬਿਨਾਂ ਉਸ ਪ੍ਰਭੂ ਦੇ ਨਾਲ ਸਾਡਾ ਰਿਸ਼ਤਾ ਹੀ ਨਹੀਂ ਜੁੜ ਸਕਦਾ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਜਿਵੇਂ ਪਹਿਲਾਂ ਗੱਲ ਕੀਤੀ ਸੀ, ਉੱਥੇ ਸਤਿਗੁਰੂ ਜੀ ਨੇ ਭੁੱਖ ਦਾ ਸ਼ਬਦ ਵਰਤਿਆ ਸੀ ਕਿ ਮਨ ਦੇ ਵਿੱਚ ਤਾਂਘ ਹੋਵੇ। ਇੱਥੇ ਸਤਿਗੁਰੂ ਜੀ ਪਿਆਸ ਦਾ ਸ਼ਬਦ ਵਰਤ ਰਹੇ। ਉਹ ਸਾਨੂੰ ਹਰ ਢੰਗ ਨਾਲ ਸਮਝਾ ਰਹੇ ਹਨ ਕਿ ਜਿਸ ਤਰ੍ਹਾਂ ਵੀ ਸਮਝ ਲੱਗੇ, ਗੱਲ ਸਮਝ ਲੱਗਣੀ ਚਾਹੀਦੀ ਹੈ। ਉਹ ਕਹਿੰਦੇ ਹਨ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਸ, ਸਰੀਰਕ ਪਿਆਸ ਨਹੀਂ ਹੈ, ਮਨ ਦੀ ਪਿਆਸ ਹੈ, ਮਨ ਦੀ ਖਿੱਚ ਹੈ, ਉਹਦੀ ਗੱਲ ਕਰ ਰਹੇ ਹਨ। ਹਰ ਹਰ ਨਾਮ ਮਿਲੈ ਤ੍ਰਿਪਤ ਆਸੈ। ਉਹਨਾਂ ਨੂੰ ਜਦੋਂ ਹਰੀ ਦਾ ਨਾਮ ਮਿਲ ਜਾਂਦਾ ਹੈ, ਪ੍ਰਾਪਤ ਹੋ ਜਾਂਦਾ ਹੈ, ਭਾਵ ਉਹਨਾਂ ਦੇ ਹਿਰਦੇ ਵਿੱਚ ਹਰੀ ਦਾ ਨਾਮ ਪ੍ਰਗਟ ਹੋ ਜਾਂਦਾ ਹੈ, ਗੁਰਮਤਿ ਦੇ ਰਾਹ ਉੱਤੇ ਚੱਲ ਕੇ ਹਰੀ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਤੇ ਸਤਿਗੁਰੂ ਕਹਿੰਦੇ ਹਨ ਤ੍ਰਿਪਤ ਆਸੈ, ਉਹ ਰੱਜ ਜਾਂਦੇ ਹਨ। ਉਹ ਜਿਹੜੀ ਪਿਆਸ ਸੀ, ਉਹ ਪਿਆਸ ਤ੍ਰਿਪਤ ਹੋ ਜਾਂਦੀ ਹੈ। ਮਿਲ ਸੰਗਤ ਗੁਣ ਪ੍ਰਗਾਸ। ਮਿਲ ਭਾਵ ਮਿਲ ਕੇ, ਸੰਗਤ ਦੇ ਨਾਲ ਮਿਲ ਕੇ ਗੁਣਾਂ ਦਾ ਪ੍ਰਗਾਸ ਹੋ ਜਾਂਦਾ ਹੈ, ਗੁਣ ਪ੍ਰਗਟ ਹੋ ਜਾਂਦੇ ਹਨ। ਐਸੇ ਹਰ ਜਨ ਕੇ ਜਿਨ੍ਹਾਂ ਦੇ ਵੱਡੇ ਭਾਗ ਹਨ, ਉਹਨਾਂ ਦੇ ਜੀਵਨ ਦੇ ਵਿੱਚ ਗੁਣਾਂ ਦਾ ਪ੍ਰਗਾਸ ਹੋ ਜਾਂਦਾ ਹੈ, ਗੁਣ ਪ੍ਰਗਟ ਹੋ ਜਾਂਦੇ ਹਨ। ਤੋ ਸਤਿਗੁਰੂ ਜੀ ਇਹਨਾਂ ਪੰਕਤੀਆਂ ਦੇ ਵਿੱਚ ਸਾਨੂੰ ਜਿਹੜੀਆਂ ਗੱਲਾਂ ਸਮਝਾ ਰਹੇ ਹਨ ਕਿ ਨਾਮ ਦੇ ਲਈ, ਪ੍ਰਾਪਤੀ ਦੇ ਲਈ ਸਾਡੀ ਜੋ ਪਿਆਸ ਹੈ, ਜਿਵੇਂ ਅੱਗੇ ਭੁੱਖ ਕਿਹਾ ਸੀ, ਉਹ ਪ੍ਰੇਮ ਦਾ ਜੋ ਇਹ ਉਹਨਾਂ ਨੇ ਸਿੰਬਲ ਵਰਤਿਆ ਹੈ ਪਿਆਸ ਨੂੰ, ਪ੍ਰੇਮ, ਭੁੱਖ, ਪਿਆਸ, ਇਹ ਜੋ ਸਾਰੀਆਂ ਹਨ, ਇਹ ਮਨ ਵਿੱਚ ਤਾਂਘ ਦੀਆਂ ਲਖਾਈ ਕਿ ਬਈ ਸਾਡੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਸਤੇ, ਪ੍ਰਭੂ ਦੇ ਵਾਸਤੇ ਜੋ ਸਾਡਾ ਤਾਂਘ ਹੈ, ਪ੍ਰੇਮ ਹੈ, ਉਹ ਰਿਸ਼ਤਾ ਸਾਡਾ ਜੁੜਦਾ ਹੈ। ਤੋ ਸਤਿਗੁਰੂ ਜੀ ਦਾ ਸਮਝਾਉਣਾ ਇਹ ਚਾਹੁੰਦੇ ਹਨ ਕਿ ਨਾਮ ਦੇ ਨਾਲ ਰਿਸ਼ਤਾ ਕੇਵਲ ਪ੍ਰੇਮ ਦੇ ਨਾਲ ਹੀ ਜੁੜ ਸਕਦਾ ਹੈ, ਸ਼ਰਧਾ ਨਾਲ ਹੀ ਜੁੜ ਸਕਦਾ ਹੈ। ਹਰ ਸ਼ਰਧਾ ਹਰ ਪਿਆਸ। ਤੋ ਜਦੋਂ ਤੱਕ ਜੀਵਨ ਦੇ ਵਿੱਚ ਪ੍ਰੇਮ ਨਹੀਂ ਹੈ, ਸ਼ਰਧਾ ਨਹੀਂ ਹੈ, ਪਿਆਸ ਨਹੀਂ ਹੈ, ਤਾਂਘ ਨਹੀਂ ਹੈ, ਉਦੋਂ ਤੱਕ ਅਕਾਲ ਪੁਰਖ ਦੇ ਨਾਲ, ਨਾਮ ਦੇ ਨਾਲ ਸਾਡਾ ਰਿਸ਼ਤਾ ਨਹੀਂ ਜੁੜ ਸਕਦਾ। ਵੈਸੇ ਜੇ ਆਪਣੇ ਜੀਵਨ ਵੱਲ ਦੇਖੀਏ ਤੇ ਜਦੋਂ ਤੱਕ ਪ੍ਰੇਮ ਨਹੀਂ ਹੈ, ਸਾਡੇ ਜੀਵਨ ਦਾ ਕੋਈ ਵੀ ਰਿਸ਼ਤਾ ਸਫਲ ਨਹੀਂ ਹੁੰਦਾ। ਇਹ ਨਹੀਂ ਕਿ ਸਤਿਗੁਰੂ ਨੇ ਇੱਥੇ ਕੋਈ ਨਵੀਂ ਕੰਡੀਸ਼ਨ ਸਾਨੂੰ ਦੱਸ ਦਿੱਤੀ ਹੈ, ਇਹ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਵਾਪਰਦਾ ਹੈ। ਸਾਡਾ ਰਿਸ਼ਤਾ ਕਿਸੇ ਨਾਲ ਬਣਦਾ ਹੀ ਉਦੋਂ ਹੈ ਜਦੋਂ ਪ੍ਰੇਮ ਹੋ ਜਾਵੇ। ਬਿਲਕੁਲ ਉਸੇ ਤਰ੍ਹਾਂ ਹੀ ਨਾਮ ਹੈ। ਨਾਮ ਦੀ ਤਾਂਘ, ਪ੍ਰਭੂ ਦਾ ਪ੍ਰੇਮ ਜਦੋਂ ਤੱਕ ਸਾਡੇ ਹਿਰਦੇ ਦੇ ਵਿੱਚ ਨਹੀਂ ਆ ਕੇ ਨਿਵਾਸ ਕਰਦਾ, ਉਦੋਂ ਤੱਕ ਸਾਡੇ ਹਿਰਦੇ ਵਿੱਚੋਂ ਨਾਮ ਨਹੀਂ ਪ੍ਰਗਟ ਹੁੰਦਾ, ਸਾਡਾ ਰਿਸ਼ਤਾ ਨਹੀਂ ਬਣਦਾ ਨਾਮ ਦੇ ਨਾਲ, ਉਸ ਅਕਾਲ ਪੁਰਖ ਦੇ ਨਾਲ ਸਾਡਾ ਰਿਸ਼ਤਾ ਨਹੀਂ ਬਣਦਾ। ਕਿਉਂਕਿ ਰਿਸ਼ਤੇ ਦਾ ਜਿਹੜਾ ਆਧਾਰ ਹੈ, ਬੇਸ ਹੈ, ਉਹ ਪ੍ਰੇਮ ਹੀ ਹੈ। ਤਾਂ ਹੁਣ ਜਦੋਂ ਗੁਰੂ ਦੀ ਸਿੱਖਿਆ ਦੇ ਉੱਤੇ ਅਸੀਂ ਚੱਲਦੇ ਹਾਂ ਤਾਂ ਫਿਰ ਜਿਹੜਾ ਪ੍ਰੇਮ ਸਾਡਾ ਦੂਜੇ ਪਾਸੇ ਜਗਤ ਵੱਲ, ਜਿਹਨੂੰ ਅਸੀਂ ਮਾਇਆ ਕਹਿ ਦਿੰਦੇ ਹਾਂ, ਅਕਾਲ ਪੁਰਖ ਨੂੰ ਛੱਡ ਕੇ ਬਾਕੀ ਸਭ ਕੁਝ ਮਾਇਆ ਹੈ। ਜਦੋਂ ਤੱਕ ਸਾਡਾ ਰਿਸ਼ਤਾ ਪ੍ਰੇਮ ਦਾ ਮਾਇਆ ਦੇ ਨਾਲ ਜੁੜਿਆ ਹੈ ਤੇ ਸਾਡਾ ਅਕਾਲ ਪੁਰਖ ਦੇ ਨਾਲ ਨਹੀਂ ਜੁੜ ਸਕਦਾ। ਤੇ ਸਤਿਗੁਰੂ ਕਹਿੰਦੇ ਹਨ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਅਕਾਲ ਪੁਰਖ ਦੇ ਵਾਸਤੇ ਪ੍ਰੇਮ ਪੈਦਾ ਹੋ ਗਿਆ, ਉਹਨਾਂ ਦੇ ਬੜੇ ਵੱਡੇ ਭਾਗ ਹਨ, ਬਹੁਤ ਹੀ ਵੱਡੇ ਭਾਗ ਹਨ। ਹਰ ਹਰ ਨਾਮ ਮਿਲੈ ਤ੍ਰਿਪਤ ਆਸੈ, ਮਿਲ ਸੰਗਤ ਗੁਣ ਪ੍ਰਗਾਸ। ਹੁਣ ਇਸ ਪੰਕਤੀ ਦੇ ਵਿੱਚ ਸਵਾਲ ਇਹ ਪੈਦਾ ਹੋ ਗਿਆ ਕਿ ਪ੍ਰੇਮ ਕਿਵੇਂ ਪੈਦਾ ਹੋਵੇ, ਅਕਾਲ ਪੁਰਖ ਨਾਲ ਸਾਡਾ ਪ੍ਰੇਮ, ਉਹਦੀ ਤਾਂਘ, ਉਹਦੀ ਪਿਆਸ, ਉਹਦੀ ਭੁੱਖ ਕਿਵੇਂ ਪੈਦਾ ਹੋਵੇ, ਗੁਰਮਤਿ ਦੇ ਉੱਤੇ ਚੱਲੀਏ ਕਿਵੇਂ। ਅਸੀਂ ਕਹਿ ਤਾਂ ਦਿੱਤਾ ਕਿ ਗੁਰੂ ਦੀ ਮੱਤ ਦੇ ਅਨੁਸਾਰ ਜੀਵਨ ਨੂੰ ਢਾਲਣਾ ਹੈ, ਪਰ ਇਹ ਕੋਈ ਸੌਖਾ ਕੰਮ ਤਾਂ ਨਹੀਂ ਹੈ। ਗੁਰਮਤਿ ਦੇ ਉੱਤੇ ਚੱਲੀਏ ਕਿਵੇਂ?
ਜਿਹੜਾ ਮਨ ਜਗਤ ਨਾਲ ਜੁੜਿਆ ਹੈ ਉਹ ਇੱਕਦਮ ਵਾਹਿਗੁਰੂ ਨਾਲ ਕਿਵੇਂ ਜੁੜ ਜਾਵੇ, ਪ੍ਰਭੂ ਨਾਲ ਕਿਵੇਂ ਜੁੜ ਜਾਵੇ। ਉਹ ਜਿਹਦੇ ਮਨ ਦੇ ਵਿੱਚ, ਉਹ ਮਨ ਜਿਹਦੇ ਵਿੱਚ ਹਰ ਵੇਲੇ ਦੁਨਿਆਵੀ ਚੀਜ਼ਾਂ ਦੀ ਤਾਂਘ ਪੈਦਾ ਹੁੰਦੀ ਹੈ, ਮੈਂ ਇਹ ਲੈ ਲਵਾਂ ਉਹ ਲੈ ਲਵਾਂ, ਉਹ ਇੱਕਦਮ ਨਾਮ ਦੇ ਨਾਲ ਕਿਵੇਂ ਉਹਦੀ ਤਾਂਘ ਪੈਦਾ ਹੋ ਜਾਵੇ, ਪ੍ਰੇਮ ਪੈਦਾ ਹੋ ਜਾਵੇ। ਤੇ ਸਤਿਗੁਰੂ ਜੀ ਹੁਣ ਇੱਥੇ ਸਾਨੂੰ ਉਹਦਾ ਇੱਕ ਰਾਹ ਦੱਸ ਰਹੇ ਹਨ, ਜੋ ਗੁਰਮਤਿ ਦਾ ਇੱਕ ਮਾਰਗ ਹੈ, ਪ੍ਰਮੁੱਖ ਮਾਰਗ ਹੈ। ਇਸ ਦਾ ਰਾਹ ਸਾਨੂੰ ਸਤਿਗੁਰੂ ਨੇ ਕੀ ਦੱਸਿਆ ਹੈ ਕਿ ਮਿਲ ਸੰਗਤ ਗੁਣ ਪ੍ਰਗਾਸ। ਜਦੋਂ ਨਾਮ ਦੇ ਵਿੱਚ ਰੱਤੇ ਹੋਇਆਂ ਦੀ ਸੰਗਤ ਮਿਲ ਜਾਵੇ, ਜਦੋਂ ਅਸੀਂ ਨਾਮ ਦੇ ਨਾਲ ਰੱਤੇ ਹੋਏ ਜਿਹੜੇ ਭਗਤ ਰਸਾਲੇ ਦੀ ਗੱਲ ਸਤਿਗੁਰੂ ਨੇ ਕੀਤੀ ਸੀ, ਜਦੋਂ ਉਹਨਾਂ ਦੀ ਸੰਗਤ ਦੇ ਵਿੱਚ ਅਸੀਂ ਚਲੇ ਜਾਈਏ ਤਾਂ ਫੇਰ ਕੀ ਹੁੰਦਾ ਹੈ, ਸਾਡੇ ਵਿੱਚ ਉਹ ਗੁਣ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਦੀ ਬਦੌਲਤ ਸਾਡਾ ਅਕਾਲ ਪੁਰਖ ਦੇ ਨਾਲ, ਨਾਮ ਦੇ ਨਾਲ ਰਿਸ਼ਤਾ ਜੁੜ ਜਾਂਦਾ ਹੈ। ਤੋ ਇਸ ਸ਼ਬਦ ਦਾ ਇਹ ਮੁੱਖ ਵਿਸ਼ਾ ਹੈ ਸੰਗਤ। ਹੁਣ ਸਤਿਗੁਰੂ ਜੀ ਪਹਿਲੇ ਦੋ ਬੰਦਾਂ ਦੇ ਵਿੱਚ, ਰਹਾਉ ਵਾਲਾ ਬੰਦ ਤੇ ਪਹਿਲੇ ਬੰਦ, ਇਹਨਾਂ ਦੋ ਬੰਦਾਂ ਦੇ ਵਿੱਚ ਨਾਮ ਦਾ ਇੱਕ ਵਾਰੀ ਫੇਰ ਸਾਨੂੰ ਜੋ ਸਬਕ ਹੈ, ਸਿੱਖਿਆ ਹੈ, ਉਹ ਦੁਬਾਰਾ ਦੇ ਕੇ ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਇਹਨੂੰ ਕਰਨ ਦਾ ਢੰਗ ਕੀ ਹੈ। ਸਾਨੂੰ ਸੰਗਤ ਦਾ ਰਾਹ ਦੱਸਿਆ ਹੈ, ਕਿਉਂਕਿ ਇਸ ਰਸਤੇ ਦੇ ਉੱਤੇ ਤੁਰਨ ਦੇ ਲਈ ਸਾਨੂੰ ਸੰਗਤ ਦੀ ਸ਼ਰਨ ਦੇ ਵਿੱਚ ਜਾਣ ਦੀ ਲੋੜ ਹੈ। ਇਹ ਗੁਰਮਤਿ ਦਾ ਮਾਰਗ ਹੈ। ਤੋ ਆਓ ਅੱਗੇ ਚਲੀਏ। ਜਿਨ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦਾ ਸਵਾਦ, ਹਰ ਰਸ, ਜਿਨ੍ਹਾਂ ਨੂੰ ਉਹ ਨਹੀਂ ਮਿਲਿਆ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਕੌਣ ਹਨ? ਤੇ ਭਾਗਹੀਨ। ਉਹ ਬੜੇ ਬਦਕਿਸਮਤ ਹਨ, ਭਾਗਹੀਨ ਹਨ। ਜਮ ਪਾਸ ਭਾਵ ਜਮਾਂ ਦੇ ਵਸ ਪਏ ਹੋਏ ਹਨ, ਕਿਉਂਕਿ ਹਰ ਵੇਲੇ ਉਹਨਾਂ ਦੇ ਸਿਰ ਉੱਤੇ ਆਤਮਕ ਮੌਤ ਸਵਾਰ ਰਹਿੰਦੀ ਹੈ। ਕਿਉਂਕਿ ਜੇ ਹਰੀ ਦੇ ਨਾਮ ਦਾ ਰਸ ਜਿਹਨੂੰ ਪ੍ਰਾਪਤ ਨਹੀਂ ਹੁੰਦਾ, ਉਹ ਵਿਅਕਤੀ ਹਮੇਸ਼ਾ ਹੀ ਵਿਕਾਰਾਂ ਦੇ ਵਿੱਚ, ਪੰਜ ਦੁਸ਼ਮਣਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਤੇ ਕਿਸੇ ਵੀ ਵੇਲੇ ਛਿੜਕ ਜਾਂਦਾ ਹੈ। ਹਰ ਵੇਲੇ ਮੌਤ ਉਹਦਾ ਸਿਰ ਤੇ ਸਵਾਰ ਰਹਿੰਦੀ ਹੈ। ਉਹ ਜਮਾਂ ਦੇ ਵਸ ਪਏ ਹੋਏ ਸਮਝੋ। ਤੇ ਅੱਗੇ ਸਤਿਗੁਰੂ ਕਹਿੰਦੇ ਹਨ ਕਿ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਕਿ ਜੋ ਮਨੁੱਖ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਸਾਧ ਸੰਗਤ ਦੇ ਵਿੱਚ ਨਹੀਂ ਆਏ, ਮਤਲਬ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਏ ਤੇ ਸੰਗਤ ਦੀ ਸ਼ਰਨ ਵਿੱਚ ਨਹੀਂ ਆਏ, ਉਹਨਾਂ ਦੇ ਬਾਰੇ ਸਤਿਗੁਰੂ ਕਹਿੰਦੇ ਹਨ ਕਿ ਤ੍ਰਿਗ ਜੀਵੇ, ਲਾਹਨਤ ਹੈ ਉਹਨਾਂ ਦੇ ਜੀਵਨ ਨੂੰ, ਉਹਨਾਂ ਦਾ ਜੀਵਨ ਫਟਕਾਰਯੋਗ ਹੈ। ਹੁਣ ਸਤਿਗੁਰੂ ਜੀ ਨੇ ਦੋ ਪੰਕਤੀਆਂ ਦੇ ਵਿੱਚ ਸਾਨੂੰ ਇੱਕ ਵਾਰੀ ਫਿਰ ਵਾਰਨਿੰਗ ਦੇ ਰਹੇ ਹਨ, ਬੜੇ ਸਖਤ ਲਫ਼ਜ਼ਾਂ ਦੇ ਵਿੱਚ। ਭਾਗਹੀਨ ਕਹਿ ਰਹੇ ਹਨ, ਤ੍ਰਿਗ ਜੀਵੇ, ਤੇ ਫਿਰ ਤ੍ਰਿਗ ਜੀਵਾਸ ਕਹਿ ਰਹੇ ਹਨ। ਤਾਂ ਤਿੰਨ ਵਾਰੀ ਦੋ ਪੰਕਤੀਆਂ ਦੇ ਵਿੱਚ ਸਤਿਗੁਰੂ ਨੇ ਸਾਨੂੰ ਵਾਰਨਿੰਗ ਦੇ ਦਿੱਤੀ ਹੈ ਕਿ ਹਰੀ ਦੇ ਨਾਮ ਨਾਲ ਨਾ ਜੁੜਨ ਵਾਲਿਓ, ਤੁਹਾਡੀ ਇਹ ਹਾਲਤ ਹੈ। ਹੁਣ ਸਤਿਗੁਰੂ ਜੀ ਨੇ ਇਹਦੇ ਵਿੱਚ ਦੋ ਪੰਕਤੀਆਂ ਦੇ ਵਿੱਚ ਜਿਹੜੀਆਂ ਹਾਲਤਾਂ ਦੀ ਗੱਲ ਕੀਤੀ ਹੈ, ਪਹਿਲਾਂ ਸਤਿਗੁਰੂ ਜੀ ਨੇ ਗੱਲ ਕੀਤੀ ਹੈ ਨਾਮ ਨਾ ਪਾਇਆ, ਪਹਿਲੀ ਪੰਕਤੀ ਦੇ ਵਿੱਚ। ਦੂਜੀ ਵਿੱਚ ਸਤਿਗੁਰੂ ਜੀ ਨੇ ਕਿਹਾ ਹੈ ਕਿ ਸੰਗਤ ਨਹੀਂ ਆਏ, ਸਤਿਗੁਰ ਸ਼ਰਨ ਨਹੀਂ ਆਏ। ਜੋ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਸੰਗਤ ਵਿੱਚ ਨਹੀਂ ਆਏ। ਤੋ ਇਹ ਤਿੰਨ ਅਵਸਥਾਵਾਂ ਜਿਹੜੀਆਂ ਕਿ ਸਤਿਗੁਰੂ ਜੀ ਨੇ ਕਿਹਾ ਹੈ ਕਿ ਮਾੜੀਆਂ ਅਵਸਥਾਵਾਂ ਹਨ, ਇਹਨਾਂ ਤਿੰਨਾਂ ਦੇ ਵਿੱਚ ਫਲ ਇੱਕੋ ਹੀ ਦੱਸਿਆ ਸਤਿਗੁਰੂ ਨੇ। ਨਾਮ ਨਾ ਪਾਇਆ, ਸੰਗਤ ਵਿੱਚ ਨਹੀਂ ਆਇਆ ਤੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ। ਉਹਨਾਂ ਤਿੰਨਾਂ ਨੂੰ ਇੱਕੋ ਜਿਹੇ ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਨੇ ਉਹਨਾਂ ਦੀ ਹਾਲਤ, ਫਲ ਦੱਸਿਆ ਹੈ ਕਿ ਭਾਗਹੀਨ ਹੈ, ਤ੍ਰਿਗ ਜੀਵੇ ਹੈ ਤੇ ਤ੍ਰਿਗ ਜੀਵਾਸ ਹੈ। ਹੁਣ ਇਸ ਦਾ ਕੀ ਅਰਥ ਹੋਇਆ? ਇਸ ਦਾ ਅਰਥ ਸਪਸ਼ਟ ਹੋ ਗਿਆ ਕਿ ਇਹ ਜੋ ਹਾਲਤਾਂ ਹਨ, ਤਿੰਨੋਂ ਹੀ ਇਹ ਇਕੁਇਵਲੈਂਸੀ ਸਤਿਗੁਰੂ ਜੀ ਨੇ ਕ੍ਰੀਏਟ ਕਰ ਦਿੱਤੀ। ਨਾਮ ਦਾ ਪਾਉਣਾ, ਸੰਗਤ ਦੇ ਵਿੱਚ ਆਉਣਾ ਤੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਣਾ, ਇਹ ਤਿੰਨਾਂ ਨੂੰ ਬਰਾਬਰ ਰੱਖ ਦਿੱਤਾ ਸਤਿਗੁਰੂ ਜੀ ਨੇ। ਤੇ ਤਿੰਨਾਂ ਵਾਸਤੇ ਇੱਕੋ ਜਿਹੀ ਹੀ ਸਾਨੂੰ ਵਾਰਨਿੰਗ ਦਿੱਤੀ
ਤੇ ਸਾਨੂੰ ਭਾਗਹੀਨ ਤ੍ਰਿਗ ਜੀਵੇ ਤ੍ਰਿਗ ਜੀਵਾਸ, ਇਹ ਸ਼ਬਦਾਂ ਦੇ ਨਾਲ ਸਾਨੂੰ ਉਹਨਾਂ ਨੇ, ਸਤਿਗੁਰੂ ਜੀ ਨੇ ਵਾਰਨਿੰਗ ਦਿੱਤੀ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਅੱਗੋਂ ਅਗਲੇ ਜੋ ਸਾਡਾ ਆਖਰੀ ਬੰਦ ਹੈ, ਸਤਿਗੁਰੂ ਜੀ ਕਹਿੰਦੇ ਹਨ ਕਿ ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਜਿਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤ ਵਿੱਚ ਬੈਠਣਾ ਨਸੀਬ ਹੋਇਆ, ਸਮਝੋ ਉਹਨਾਂ ਦੇ ਮੱਥੇ ਉੱਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ। ਮਸਤਕ ਮੱਥੇ ਉੱਤੇ, ਧੁਰ ਭਾਵ ਧੁਰ ਤੋਂ ਪ੍ਰਭੂ ਵੱਲੋਂ ਲਿਖਿਆ ਲਿਖਾਸ, ਲੇਖ ਲਿਖਿਆ ਹੋਇਆ ਹੈ, ਚੰਗਾ ਲੇਖ ਲਿਖਿਆ ਹੋਇਆ, ਤਾਂ ਹੀ ਉਹਨਾਂ ਭਗਤ ਜਨਾਂ ਨੂੰ, ਉਹਨਾਂ ਸੇਵਕਾਂ ਨੂੰ ਗੁਰੂ ਦੀ ਸੰਗਤ ਵਿੱਚ ਬੈਠਣਾ ਨਸੀਬ ਹੋਇਆ। ਤੇ ਸਤਿਗੁਰੂ ਅੱਗੇ ਕਹਿੰਦੇ ਹਨ, ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ। ਉਹ ਸੰਗਤ ਧੰਨ ਹੈ ਜਿਸ ਵਿੱਚ ਬੈਠਿਆਂ ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ। ਹਰ ਰਸ ਪਾਇਆ, ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ। ਮਿਲ ਜਨ ਭਾਵ, ਜਨਾਂ ਨੂੰ, ਗੁਰਮੁਖਾਂ ਨੂੰ ਮਿਲ ਕੇ, ਨਾਨਕ ਹੈ ਨਾਨਕ ਨਾਮ ਪਰਗਾਸ। ਇਹ ਨਾਨਕ, ਉਹ ਸਤ ਸੰਗਤ ਧੰਨ ਹੈ ਜਿਹਦੇ ਵਿੱਚ ਬੈਠ ਕੇ, ਜਿੱਥੇ ਜਾ ਕੇ, ਜਿਹਦੀ ਸ਼ਰਨ ਵਿੱਚ ਪੈ ਕੇ ਹਰੀ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ। ਔਰ ਗੁਰਮੁਖਾਂ ਨੂੰ ਮਿਲ ਕੇ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਦਾ ਪ੍ਰਗਾਸ ਹੋ ਜਾਂਦਾ ਹੈ, ਹਿਰਦੇ ਦੇ ਵਿੱਚ ਨਾਮ ਆ ਵਸਦਾ। ਹੁਣ ਜਿਵੇਂ ਪਿਛਲੇ ਬੰਦ ਦੇ ਵਿੱਚ ਸਤਿਗੁਰਾਂ ਨੇ ਨਾਮ, ਸੰਗਤ ਅਤੇ ਸਤਿਗੁਰ, ਇਹਨਾਂ ਤਿੰਨਾਂ ਦੀ ਇਕੁਵਲੈਂਸ ਦੱਸ ਕੇ ਵੀ ਜਿਹਨੂੰ ਨਾਮ ਨਹੀਂ ਮਿਲਿਆ, ਸੰਗਤ ਨਹੀਂ ਮਿਲੀ, ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਉਹ ਭਾਗਹੀਨ ਹਨ, ਤ੍ਰਿਗ ਹਨ ਉਹਨਾਂ ਦਾ ਜੀਵਨ। ਇੱਥੇ ਸਤਿਗੁਰੂ ਜੀ ਕੀ ਕਹਿ ਰਹੇ ਹਨ ਕਿ ਜਿਨ੍ਹਾਂ ਨੇ ਸਤਿਗੁਰੂ ਦੀ ਸੰਗਤ ਪਾਈ, ਸਤਿਗੁਰ ਸੰਗਤ ਪਾਈ, ਸਤ ਸੰਗਤ ਜਿਤ ਹਰ ਰਸ ਪਾਇਆ, ਜਿੱਥੇ ਬੈਠ ਕੇ, ਉਹ ਸਤ ਸੰਗਤ ਜਿੱਥੇ ਬੈਠ ਕੇ ਹਰੀ ਦਾ ਰਸ ਪਾਇਆ ਹੈ। ਤੋ ਸਤ ਸੰਗਤ ਦੀ ਗੱਲ ਆ ਗਈ, ਪਹਿਲਾਂ ਸਤਿਗੁਰ ਦੀ ਗੱਲ ਆ ਗਈ, ਤੇ ਫਿਰ ਮਿਲ ਜਨ, ਫਿਰ ਗੁਰਮੁਖਾਂ ਦੀ ਸੰਗਤ ਦੀ ਗੱਲ ਆ ਗਈ। ਤੋ ਸਤਿਗੁਰਾਂ ਨੇ ਇਕੁਵਲੈਂਟ ਇੱਥੇ ਵੀ ਕਰ ਦਿੱਤਾ ਕਿ ਸੰਗਤ ਦੀ ਸ਼ਰਨ ਵਿੱਚ ਜਾਣਾ ਤੇ ਗੁਰੂ ਦੀ ਸ਼ਰਨ ਵਿੱਚ ਜਾਣਾ, ਗੁਰੂ ਦੀ ਸ਼ਰਨ ਵਿੱਚ ਜਾਣਾ ਤੇ ਨਾਮ ਦਾ ਰਸ ਪ੍ਰਾਪਤ ਕਰਨਾ, ਹਰ ਰਸ ਪਾਇਆ। ਤੋ ਇਹਨਾਂ ਤਿੰਨਾਂ ਨੂੰ ਸਤਿਗੁਰੂ ਜੀ ਨੇ ਦੋਹਾਂ ਪੈਰਾਗ੍ਰਾਫਸ ਦੇ ਵਿੱਚ, ਦੋਹਾਂ ਪਦਿਆਂ ਦੇ ਵਿੱਚ ਬਰਾਬਰ ਰੱਖ ਦਿੱਤਾ। ਇਸ ਤੋਂ ਸਾਨੂੰ ਭਲੀ ਭਾਂਤ ਸਮਝ ਆ ਜਾਣੀ ਚਾਹੀਦੀ ਹੈ ਕਿ ਸਤਿਗੁਰੂ ਜੀ ਦੀ ਨਜ਼ਰਾਂ ਦੇ ਵਿੱਚ ਸਤ ਸੰਗਤ ਦੀ ਕੀ ਮਹਾਨਤਾ ਹੈ। ਔਰ ਇਸ ਸ਼ਬਦ ਦੇ ਵਿੱਚ ਸਾਨੂੰ ਪਿਛਲੇ ਤਿੰਨ ਪੈਰੇ ਜਿਹੜੇ ਹਨ, ਤਿੰਨ ਪਦੇ ਹਨ, ਉਹਨਾਂ ਦੇ ਵਿੱਚ ਸੰਗਤ ਦੇ ਗੁਣ ਸਮਝਾ ਰਹੇ ਹਨ ਕਿ ਜੇ ਅਸੀਂ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਨਾਮ ਦੇ ਨਾਲ ਜੁੜਨਾ ਹੈ, ਤੇ ਸਾਡੇ ਕੋਲ ਜਿਹੜਾ ਸਭ ਤੋਂ ਸੌਖਾ ਸੁਖੈਨ ਰਸਤਾ ਹੈ, ਉਹ ਹਰੀ ਜਨਾ, ਗੁਰਮੁਖ ਜਨਾਂ ਦੀ ਸੰਗਤ ਦੇ ਵਿੱਚ ਪਹੁੰਚਣਾ। ਕਿਉਂਕਿ ਹਰੀ ਜਨਾ, ਗੁਰਮੁਖ ਜਨਾਂ ਦੀ ਸੰਗਤ ਜੋ ਹੈ, ਉਹ ਸਤਿਗੁਰੂ ਦੀ ਸੰਗਤ ਦੇ ਬਰਾਬਰ ਹੈ, ਕਿਉਂਕਿ ਉੱਥੋਂ ਵੀ ਉਹੀ ਕੁਝ ਪ੍ਰਾਪਤ ਹੋਣਾ ਹੈ ਜੋ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਪ੍ਰਾਪਤ ਹੁੰਦਾ ਹੈ। ਉਹ ਗੱਲਾਂ ਜੋ ਸਾਡੇ ਜੀਵਨ ਦੇ ਵਿੱਚ ਧਾਰਨ ਕਰਨੀਆਂ ਸਾਨੂੰ ਔਖੀਆਂ ਲੱਗਦੀਆਂ ਹਨ, ਗੁਰਮਤਿ ਦਾ ਰਾਹ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਵਿੱਚ ਚਲੇ ਜਾਂਦੇ ਹਾਂ ਤੇ ਸਾਡੇ ਜੀਵਨ ਦੇ ਵਿੱਚ ਸਹਿਜੇ ਸਹਿਜੇ ਆਪਣੇ ਆਪ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ, ਉਹਨਾਂ ਦੀ ਸੰਗਤ ਦਾ ਸਦਕਾ। ਤੋ ਸਤਿਗੁਰੂ ਕਹਿ ਰਹੇ ਹਨ ਕਿ ਸੰਗਤ ਦਾ ਰਸਤਾ ਅਪਣਾ ਕੇ ਅਸੀਂ ਉਸ ਨਾਮ ਨੂੰ ਹਿਰਦੇ ਦੇ ਵਿੱਚ ਪ੍ਰਗਾਸ਼ ਕਰ ਸਕਦੇ ਹਾਂ, ਉਸ ਨਾਮ ਨੂੰ ਜਿਹੜਾ ਲੋਕ ਪਰਲੋਕ ਦੇ ਵਿੱਚ ਸਾਡਾ ਸਹਾਈ ਹੁੰਦਾ ਹੈ। ਤੋ ਅਖੀਰਲੇ ਦੋ ਪਦਿਆਂ ਦੇ ਵਿੱਚ ਸਤਿਗੁਰੂ ਜੀ ਨੇ ਦੋਵੇਂ ਪੱਖ ਸਾਨੂੰ ਦੱਸ ਦਿੱਤੇ ਹਨ ਕਿ ਜੋ ਨਾਮ ਦੇ ਨਾਲ ਨਹੀਂ ਜੁੜਦੇ ਤੇ ਜੋ ਨਾਮ ਦੇ ਨਾਲ ਜੁੜਦੇ ਹਨ, ਉਹਨਾਂ ਦੋਵਾਂ ਦੇ ਬਾਰੇ ਸਤਿਗੁਰੂ ਜੀ ਨੇ ਸਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ। ਤੇ ਇਹ ਕਿ ਜਿਵੇਂ ਇਸ ਤੋਂ ਪਹਿਲੇ ਸ਼ਬਦ ਦੇ ਵਿੱਚ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ ਕਿ ਮੇਰੇ ਹਿਰਦੇ ਵਿੱਚ ਨਾਮ ਟਿਕ ਜਾਏ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚੈ ਸਾਹਿਬ ਸਾਚੈ ਨਾਏ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਪ੍ਰਗਾਸ਼ ਹਿਰਦੇ ਦੇ ਵਿੱਚ ਹੋ ਜਾਵੇ, ਇਹਦਾ ਰਾਹ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਸਾਨੂੰ
ਸਤਸੰਗਤ ਦੱਸਿਆ ਹੈ। ਟੀਚਾ ਉਹੀ ਹੈ ਜੋ ਰਾਓ ਦੀ ਪੰਕਤੀ ਦੇ ਵਿੱਚ ਦੱਸਿਆ ਹੈ, ਉਹ ਹੈ ਹਿਰਦੇ ਦੇ ਵਿੱਚ ਨਾਮ ਦਾ ਨਿਵਾਸ। ਪਰ ਹੁਣ ਇੱਥੇ ਸਤਿਗੁਰੂ ਜੀ ਨੇ ਸਾਨੂੰ ਉਹ ਜਿਹੜਾ ਟੀਚਾ ਹੈ ਉਹਨੂੰ ਪ੍ਰਾਪਤ ਕਰਨ ਲਈ ਸਾਧਨ ਦੱਸਿਆ ਹੈ, ਗੁਰੂ ਦੀ ਸੰਗਤ ਤੇ ਗੁਰਮੁਖਾਂ ਦੀ ਸੰਗਤ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਿਆਰ ਨਾਲ, ਬਹੁਤ ਹੀ ਇੱਕ ਉਸ ਲਹਿਜੇ ਵਿੱਚ ਜਾ ਕੇ ਅੱਜ ਵਿਚਾਰ ਸਰਵਨ ਕੀਤੇ ਹਨ, ਜਿਸ ਲਹਿਜੇ ਦਾ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਜੀਵਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀ ਚੀਜ਼ਾਂ ਦਾ ਅਸੀਂ ਰੋਜ਼ ਜ਼ਿਕਰ ਜ਼ਿਆਦਾ ਕਰਦੇ ਹਾਂ, ਉਹਨਾਂ ਦਾ ਪ੍ਰਭਾਵ ਸਾਡਾ ਮਨ ਕਬੂਲਦਾ ਹੈ। ਮਨ ਦੀਆਂ ਤਰੰਗਾਂ ਵੀ ਉਸੇ ਹੁਲਾਰੇ ਦੇ ਵਿੱਚ ਹੀ ਕੰਮ ਕਰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜੀਵਨ ਵਿੱਚ ਅਸੀਂ ਕਰਦੇ ਹਾਂ। ਗੁੱਸੇ ਦੀਆਂ ਗੱਲਾਂ ਕਰਾਂਗੇ ਤਾਂ ਮਨ ਦਾ ਸੁਭਾਅ ਉਹੋ ਜਿਹਾ ਬਣਦਾ ਜਾਂਦਾ ਹੈ। ਜੇ ਅਸੀਂ ਪਿਆਰ ਦੀ ਗੱਲ ਕਰਦੇ ਹਾਂ ਤੇ ਮਨ ਦਾ ਸੁਭਾਅ ਉਸ ਤਰ੍ਹਾਂ ਦਾ ਬਣਦਾ ਜਾਂਦਾ। ਇਹ ਕਹਿ ਲਈਏ ਕਿ ਇੱਕ ਐਸੀ ਤਰੰਗਾਂ ਹਨ ਜਿਹੜੀਆਂ ਸਾਰੀ ਜ਼ਿੰਦਗੀ ਨੂੰ ਆਪਣੇ ਵਿੱਚ ਲਪੇਟ ਲੈਂਦੀਆਂ ਨੇ। ਇਸ ਤਰ੍ਹਾਂ 'ਚ ਵਾਹਿਗੁਰੂ ਦੀ ਯਾਦ ਦੀ ਕਿਤੇ ਲਗਨ ਲੱਗ ਜਾਏ, ਫਿਰ ਉਹਦਾ ਵਾਹਿਗੁਰੂ ਦੀ ਯਾਦ ਦਾ ਅਭਿਆਸ, ਉਹਦੀ ਲਗਨ ਹੋਰ ਤਿੱਖੀ ਕਰੀ ਜਾਂਦੀ ਹੈ। ਜਿਵੇਂ ਜਿਵੇਂ ਅਸੀਂ ਫਿਰ ਪ੍ਰਭੂ ਦੀ ਵਾਹਿਗੁਰੂ ਦੀ ਬੰਦਗੀ ਕਰਦੇ ਹਾਂ, ਤਿਵੇਂ ਤਿਵੇਂ ਹੋਰ ਭੁੱਖ ਲੱਗਦੀ ਹੈ, ਹੋਰ ਤਰਲੇ ਨਿਕਲਦੇ ਹਨ। ਕਦੀ ਜੀਵਨ ਦੀ ਇਹ ਅਵਸਥਾ ਬਣ ਜਾਏ, ਫਿਰ ਉਹਦਾ ਸਵਾਦ ਆਪ ਹੀ ਆਉਂਦਾ ਹੈ। ਇਹ ਲੋਚਾ ਇੰਨੀ ਕੁ ਵੱਧਦੀ ਹੈ, ਇਸ ਚੋਟੀ ਤੇ, ਇਸ ਵਹਿਬਲਤਾ ਤੇ ਲੈ ਕੇ ਪਹੁੰਚ ਜਾਂਦੀ ਹੈ, ਜਿੱਥੇ ਫਿਰ ਆਪਣੇ ਪਿਆਰੇ ਤੋਂ ਵਿਛੋੜਾ ਬੜਾ ਔਖਾ ਜਾਪਦਾ ਹੈ, ਅਸਹਿ ਜੀ ਗੱਲ ਜਾਪਦੀ ਹੈ। ਉਹ ਫਿਰ ਇਸ ਤਰ੍ਹਾਂ ਬੋਲਦਾ ਹੈ, ਵਿਛੋੜਾ ਸੁਣੇ ਦੁੱਖ, ਬਿਨ ਡਿੱਠੇ ਮਰਿਆਉਂਦ, ਬਾਜ ਪਿਆਰੇ ਆਪਣੇ, ਬਿਰਹੀ ਨਾ ਧਿਰਾਉਂਦ। ਉਹ ਫਿਰ ਇਹੋ ਜਿਹੀਆਂ ਗੱਲਾਂ ਉਹਦੀਆਂ ਹੁੰਦੀਆਂ ਨੇ। ਉਹਦਾ ਜੀਵਨ ਇੱਥੇ ਹੈ। ਫਿਰ ਉਹ ਕਰਦਾ ਕੀ ਹੈ? ਫਿਰ ਗੁਰੂ ਅੱਗੇ ਤਰਲੇ, ਮਿੰਨਤਾਂ, ਕਿਉਂਕਿ ਪ੍ਰੇਮੀ ਉਹ ਹੈ ਜਿਹੜਾ ਵਿਛੋੜੀ ਦੀ ਗੱਲ ਸੁਣ ਕੇ ਅੰਦਰ ਦੁੱਖ ਪ੍ਰਤੀਤ ਕਰੇ, ਦੁਨੀਆ ਦੇ ਦੁੱਖਾਂ ਦੀ ਪਰਵਾਹ ਨਹੀਂ ਕਰਦਾ। ਪਿਆਰੇ ਤੋਂ, ਪ੍ਰੀਤਮ ਤੋਂ, ਉਹਦੇ ਯਾਦ ਤੋਂ, ਉਹਦੇ ਪਿਆਰ ਤੋਂ ਵਿਛੋੜਾ ਹੀ ਉਹਨੂੰ ਜ਼ਿੰਦਗੀ ਨੂੰ ਫਿਰ ਤੜਫਾਉਂਦਾ ਹੈ। ਉਹਦੇ ਦੀਦਾਰ ਤੋਂ ਬਿਨਾਂ ਅੰਦਰੋਂ ਖਾਲੀ ਮਹਿਸੂਸ ਕਰੇ, ਆਪਣੇ ਪਿਆਰੇ ਤੋਂ ਵਿਛੜ ਕੇ ਮਨ ਖੜਾ ਨਾ ਹੋਵੇ। ਤੇ ਇਹ ਕਹੇ ਡਿੱਠੀ ਹਵ ਢੰਡੋਲ, ਹਿਕਸ ਬਾਜ ਨਾ ਕੋਏ, ਆਓ ਸੱਜਣ ਤੂੰ ਮੁੱਖ ਲੱਗ, ਮੇਰਾ ਤਨ ਮਨ ਠੰਡਾ ਹੋਏ। ਇਸ ਅਵਸਥਾ ਤੇ ਲੈ ਕੇ ਜਾਂਦਾ ਹੈ ਜਦੋਂ ਗੁਰੂ ਕੋਲ ਅਸੀਂ ਮੰਗਦੇ ਹਾਂ, ਤਰਲਾ ਕਰਦੇ ਹਾਂ। ਕਿਉਂ ਇਹ ਅਵਸਥਾ ਗੁਰੂ ਰਾਮਦਾਸ ਮਹਾਰਾਜ ਕਿਉਂ ਤਰਲੇ ਨਾਲ ਇਹ ਸ਼ਬਦ ਗੁਰੂ ਅੱਗੇ ਕੀਤਾ? ਕੁਝ ਸਾਖੀਕਾਰਾਂ ਨੇ ਨਾਲ ਸਾਖੀਆਂ ਵੀ ਜੋੜ ਦਿੱਤੀਆਂ ਜੀ। ਇਹ ਸ਼ਬਦ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਵਿਆਹ ਦੇ ਸਮੇਂ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਅੱਗੇ ਕੀਤਾ। ਮੈਂ ਬੇਨਤੀ ਕਰਾਂ, ਗੁਰੂ ਅਮਰਦਾਸ ਮਹਾਰਾਜ 1552 ਦੇ ਵਿੱਚ ਗੱਦੀ ਤੇ ਬੈਠਦੇ ਹਨ। 1553 'ਚ ਬੀਬੀ ਭਾਨੀ ਜੀ ਦਾ ਵਿਆਹ ਜੇਠੇ ਦੇ ਨਾਲ, ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਅਸੀਂ ਕਹਿੰਦੇ ਹਾਂ, ਉਹਨਾਂ ਨਾਲ ਹੁੰਦਾ ਹੈ। ਸਤਿਗੁਰੂ ਜੀ ਲਗਭਗ 20 ਸਾਲ ਗੁਰੂ ਪਾਤਸ਼ਾਹ ਦੀ ਸੇਵਾ ਵਿੱਚ ਇਸ ਤਰ੍ਹਾਂ ਲੱਗੇ ਰਹੇ। ਔਰ ਗੁਰੂ ਰਾਮਦਾਸ ਮਹਾਰਾਜ ਨੂੰ ਨਾਨਕ ਲਫ਼ਜ਼ ਜ਼ਬੰਤੀ ਹੱਕ ਨਹੀਂ ਸੀ, ਜਿੰਨੀ ਦੇਰ ਤੱਕ ਉਹ ਗੁਰਗੱਦੀ ਤੇ ਨਾ ਬੈਠਦੇ। ਨਾਨਕ ਸ਼ਬਦ ਕੇਵਲ ਉਹ ਹੀ ਵਰਤ ਸਕਦਾ ਸੀ ਜਿਹੜਾ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਹੈ। ਇਸ ਕਰਕੇ ਇਹ ਸਾਖੀਕਾਰਾਂ ਨੇ ਉਹਦੇ ਅਰਥ ਵੀ ਗਲਤ ਕਰ ਦਿੱਤੇ। ਪੰਕਤੀ ਦੇ ਜਿਹੜੀ ਪਹਿਲੀ ਪੰਕਤੀ ਹਰ ਕੇ ਜਨ ਵਾਲੀ, ਉਹਦੇ ਅਰਥ ਵੀ ਗਲਤ ਕਰ ਦਿੱਤੇ। ਉਸ ਆਪਣੀਆਂ ਕਹਾਣੀ ਨੂੰ, ਸਾਖੀ ਨੂੰ ਠੀਕ ਕਰਨ ਲਈ ਗੁਰਬਾਣੀ ਨੂੰ ਪਲਟਾ ਕੇ ਰੱਖ ਦਿੱਤਾ, ਜਦ ਕਿ ਗੁਰਬਾਣੀ ਦੇ ਅਰਥ ਬੜੇ ਸਪਸ਼ਟ ਸਾਡੇ ਸਾਹਮਣੇ ਹਨ, ਬੜੇ ਸਾਹਮਣੇ ਸਾਡੇ ਅਰਥ ਹਨ। ਤਾਂ
ਇੰਨਾ ਪ੍ਰੇਮ ਦੀ ਕਹਾਣੀ ਹੈ ਇਹਦੇ ਵਿੱਚ, ਇੰਨਾ ਪਿਆਰ ਹੈ। ਇਹ ਤਾਂ ਇਹ ਕਹਿ ਸਕਦੇ ਹਾਂ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾੜੇ, ਮਨ ਨਾ ਰਹੇ ਕੈਸੇ ਮਿਲੂੰ ਪਿਆਰੇ। ਇੱਕ ਪਲ ਦਿਨ ਸਮੋਕੋ ਕਬ ਹੋ ਨਾ ਬਿਹਾਵੇ, ਦਰਸ਼ਨ ਕੀ ਮਨ ਆਸ ਘਨੇਰੀ, ਕੋਈ ਐਸਾ ਸੰਤ ਮੋਕੋ ਪ੍ਰੇਮ ਮਿਲਾਵੇ। ਗੁਰੂ ਇਹ ਮੇਰੇ ਅੱਗੇ ਤੇਰੇ ਅੱਗੇ ਤਰਲਾ ਹੈ, ਇਹ ਨਾਮ ਮੈਨੂੰ ਦੇ ਤਦ ਕਿ ਮੇਰੀ ਤੇਰੇ ਨਾਲ ਪ੍ਰੀਤ ਡੂੰਘੀ ਹੋ ਜਾਏ, ਡੂੰਘੀ ਬਣ ਜਾਏ। ਪਰ ਡੂੰਘੀ ਪ੍ਰੀਤ ਜਿਹੜੀ ਹੈ ਉਹੀ ਪ੍ਰੀਤਮ ਦੇ ਘਰ ਦੇ ਵਿੱਚ ਪ੍ਰਵਾਨ ਹੈ। ਇੱਕ ਪਲ ਇੱਕ ਚਸਾ ਵੀ ਉਹ ਤੋਂ ਵਿਛੜਨ ਦੀ ਗੱਲ ਨਾ ਹੋਵੇ। ਤੇ ਗੁਰੂ ਸਾਹਿਬ ਜੀ ਤਾਂ ਇੱਥੋਂ ਤੱਕ ਵੀ ਇੱਕ ਸ਼ਬਦ ਬੜਾ ਪਿਆਰਾ ਗੁਰੂ ਰਾਮਦਾਸ ਮਹਾਰਾਜ ਦਾ ਬਿਲਾਵਲ ਰਾਗ ਚ ਆਉਂਦਾ ਹੈ, ਜਿਹਦੇ ਚੋਂ ਕਹਿੰਦੇ ਨੇ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੇ ਕੋ ਪੀਰ ਪਰਈਆ, ਰਾਮ ਗੁਰਮੋਹਨ ਮੋਹ ਮਨ ਲਈਆ, ਉਹ ਅਕਲ ਬਿਕਲ ਭਈ ਗੁਰ ਦੇਖੇ, ਹੁਣ ਲੋਟ ਪੋਟ ਹੋਏ। ਇਹ ਅਵਸਥਾ ਹੈ, ਤਾਂ ਹੀ ਨਾਮ ਦੀ ਰਚਨਾ ਕੀਤੀ ਜਾਂਦੀ ਹੈ। ਉਹਦੇ 'ਚ ਬੰਦਾ ਆ ਕੇ ਕਹਿੰਦਾ ਵੀ ਹੁਣ ਮੇਰੇ ਅੰਦਰ ਤੀਰ ਵੱਜ ਗਏ ਨੇ, ਤੇਰੇ ਸ਼ਬਦ ਦੇ ਤੀਰ ਵੱਜ ਗਏ ਨੇ, ਬਿਰਹੋ ਦੇ ਤੀਰ ਵੱਜੇ ਨੇ, ਹੁਣ ਦਰਸ਼ਨਾਂ ਦੀ ਤਾਂਘ ਹੈ, ਹੁਣ ਦੇ, ਹੁਣ ਮੇਰੀ ਝੋਲੀ 'ਚ ਖੈਰ ਪਾ। ਇਹ ਸਤਿਗੁਰੂ ਹੁਣ ਮੇਰੀ ਝੋਲੀ 'ਚ ਖੈਰ ਪਾ ਹੁਣ, ਕਿਉਂਕਿ ਮੇਰੇ ਇਹ ਅੰਤਰ ਪਿਆਸ ਉਠੀ ਪ੍ਰਭ ਕੇਰੀ ਹੈ, ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੇ। ਇਹਦੀਆਂ ਗੱਲਾਂ ਇੱਦਾਂ ਹੈ ਜਿਹੜੀਆਂ ਮਨ ਦੀਆਂ ਗੱਲਾਂ ਮਨ ਨਹੀਂ ਜਾਣ ਸਕਦਾ। ਅਸੀਂ ਆਪਣੀਆਂ ਗੱਲਾਂ ਨਾਲ ਬਿਆਨ ਨਹੀਂ ਕਰ ਸਕਦੇ, ਨਾ ਹੀ ਸ਼ਬਦਾਂ ਨਾਲੋਂ ਅਸੀਂ ਚੀਜ਼ਾਂ ਨੂੰ ਬਿਆਨ ਕਰ ਸਕਦੇ ਹਾਂ। ਜਿਹਦੇ ਤੀਰ ਵੱਜਦਾ ਉਹੀ ਜਾਣਦਾ ਹੈ, ਉਹ ਮਨ ਦੀ ਪੀੜਾ ਨੂੰ ਉਹੀ ਸਮਝਦਾ, ਪੀੜ ਕਿੰਨੀ ਹੁੰਦੀ ਹੈ, ਉਹੀ ਤਰਲਾ ਕਰਦਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿੜੋ ਕਰੂੰ ਗੁਰੂ ਪਾਸ। ਉਹੀ ਕਹਿੰਦਾ ਮੈਂ ਕੀਰਾ ਕਰਮ ਹਾਂ, ਨਿਮਾਣਾ ਹੋ ਕੇ। ਜਦੋਂ ਗੁਰੂ ਕੋਲੋਂ ਕੁਛ ਲੈਣਾ ਹੋਵੇ ਪਰ ਨਿਮਾਣਾ ਹੋ ਕੇ ਢਾਣਾ ਪੈਂਦਾ, ਹੋਏ ਨਿਮਾਣੀ ਢਹਿ ਪਵਾਂ ਦੀ ਅਵਸਥਾ ਤੇ ਜਾਣਾ ਪੈਂਦਾ, ਕਿਉਂਕਿ ਗੁਰੂ ਕੋਲੋਂ ਅਸੀਂ ਲੈਣਾ ਹੈ। ਗੁਰੂ ਨੇ ਖੈਰ ਪਾਉਣੀ ਹੈ, ਅਸੀਂ ਮੰਗਤੇ ਹਾਂ ਉਹਦੇ ਦਰ ਦੇ ਖੈਰ, ਉਹਦੇ ਕੋਲ ਨਾਮ ਦੀ ਮੰਗਣੀ ਹੈ। ਉਹ ਨਾਮ ਦੀ ਖੈਰ ਸਾਡੀ ਝੋਲੀ 'ਚ ਪਾਉਂਦਾ ਹੈ ਜਦੋਂ ਅਸੀਂ ਉਹਦੇ ਤੋਂ ਮੰਗਦੇ ਹਾਂ। ਮੰਗਣਾ ਸਿੱਖਣਾ ਚਾਹੀਦਾ। ਗੁਰੂ ਦਿੰਦਿਆਂ ਇਨਕਾਰ ਨਹੀਂ ਕਰਦਾ, ਮੰਗਣ 'ਤੇ ਕਮੀ ਹੈ, ਸਾਨੂੰ ਮੰਗਣਾ ਨਹੀਂ ਆਉਂਦਾ, ਕਿਉਂਕਿ ਅਸੀਂ ਆਪਣੇ ਲਈ ਮੰਗਦੇ ਹਾਂ, ਦੁਨੀਆ ਦੇ ਲਈ ਮੰਗਦੇ ਹਾਂ, ਸੁੱਖ ਮੰਗਦੇ ਹਾਂ, ਲੇਕਿਨ ਆਤਮਾ ਦੀ ਖੁਰਾਕ, ਉਹ ਚਿਹਰਾ ਭੋਜਨ ਅਸੀਂ ਨਹੀਂ ਮੰਗਦੇ। ਕਿਤੇ ਉਹ ਅੰਦਰੋਂ ਉਸ ਤਰ੍ਹਾਂ ਮੰਗੀਏ ਜਿਵੇਂ ਅਸੀਂ ਦੁਨਿਆਵੀ ਪਦਾਰਥ ਮੰਗਦੇ ਹਾਂ, ਤਾਂ ਉਹ ਵੀ ਮਿਲ ਜਾਂਦਾ ਹੈ ਜੇ ਅਸੀਂ ਮੰਗੀਏ ਤਾਂ। ਗੁਰੂ ਦੇ ਦਰ ਤੇ ਕੋਈ ਕਮੀ ਨਹੀਂ ਹੈ, ਗੁਰੂ ਹਰ ਕਿਸੇ ਨੂੰ ਦਿੰਦਾ ਹੈ, ਪਰ ਮੰਗਣਾ ਸਿੱਖ ਲਈਏ। ਤੇ ਮੰਗਣਾ ਕੀ ਹੈ? ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੂੰ ਗੁਰੂ ਪਾਸ, ਹਮ ਪੀਰੇ ਕਰਮ ਸਤਿਗੁਰ ਸ਼ਰਨਾਈ, ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਰ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ। ਇਹ ਮੰਗਣਾ ਗੁਰੂ ਕੋਲ। ਗੁਰੂ ਕਿਰਪਾ ਕਰੇ ਸਾਨੂੰ ਮੰਗਣ ਦੀ ਜਾਚ ਆਵੇ ਔਰ ਅਸੀਂ ਇਹ ਚੀਜ਼ਾਂ ਸਤਿਗੁਰ ਤੋਂ ਮੰਗੇ, ਆਪਣਾ ਲੋਕ ਪਰਲੋਕ ਸੁਹੇਲਾ ਕਰੀਏ ਜੀ। ਮੈਂ ਬੇਨਤੀ ਕਰ ਰਿਹਾ ਹਾਂ